ਤਾਂ ਸਾਡੇ ਨਾਲ ਮਨਵਿੰਦਰ ਸਿੰਘ ਗਿਆਸਪੁਰਾ ਹੋਣਗੇ। ਐਮਐਲਏ ਬਣਨ ਤੋਂ ਪਹਿਲਾਂ ਵੀ ਇੱਕ ਲੜਾਈ ਲੜੀ, ਹੁਣ 'ਚ ਲੜਦੀ ਲੜਾਈ ਬਹੁਤ ਅਹਿਮ ਲੜਾਈ ਹੈ, ਹੱਲੇ ਵੀ ਚੱਲ ਰਹੀ ਹੈ। ਸਾਡਾ ਗਿਆਸਪੁਰੇ ਸਮਝੋ ਕਹਿ ਦਈਏ ਵੀ ਸਭ ਤੋਂ ਗਰੀਬ ਪਰਿਵਾਰਾਂ ਦੇ ਵਿੱਚੋਂ ਸਾਡਾ ਪਰਿਵਾਰ ਇੱਕੋ साच कहने लग गया कि जब इंदिरा को मारा हमारे गांव के पास एक गांव था, उस गांव के सभी सरदारों को जिंदा जला दिया। इतने साल हो गए किसी ने पांव तक तो डाला नहीं, उनका अंतिम क्रियाकर्म तक तो किया नहीं। उनके घर आज भी वैसे के वैसे खड़े हैं। कहता बातें करते हो बड़ी बड़ी। मैंने आराम नाल पूछा कि वाकई ये सच है कि अज भी वो घर उवें ही है? कहता बिल्कुल वैसे ही है। ਉਦੋਂ ਹੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸੀ ਕਿ ਇਹ ਬੰਦਾ ਆਵਾਜ਼ ਕਿਉਂ ਚੱਕ ਰਿਹਾ। ਬਿਲਕੁਲ 7 ਤਰੀਕ ਨੂੰ ਵਾਪਸ ਆਪਣੀ ਕੰਪਨੀ ਗਿਆ ਜੁਆਇਨ ਕਰਨ ਦੇ ਲਈ ਤੇ ਮੈਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਦੋਂ ਹੈਰਾਨੀ ਹੋਈ ਕਿ ਜਿਹੜੀ ਕੰਪਨੀ ਲਈ 100% ਦਿੰਦੇ ਸੀ, ਆਪਣੀ ਕੰਪਨੀ ਸਮਝ ਕੇ ਕੰਮ ਕਰਦੇ ਸੀ, ਉਹ ਵੀ ਹੱਥ ਖੜੇ ਕਰ ਦਿੱਤੇ। ਉਹਦਾ ਜਿਹੜਾ ਭਰਾ ਸੀ ਚਾਚੇ ਦਾ ਰਿਸ਼ਤੇਦਾਰੀ ਚੋਂ, ਉਹ ਉੱਥੇ 4 ਵਾਰ ਐਮਐਲਏ ਰਿਹਾ ਕਾਂਗਰਸ ਦਾ। ਜਦੋਂ ਨੌਕਰੀ ਚਲੇਗੀ, ਕੋਈ ਰੁਜ਼ਗਾਰ ਦਾ ਸਾਧਨ ਨਹੀਂ ਰਿਹਾ, ਫਿਰ ਉਸ ਤੋਂ ਬਾਅਦ ਸਰਵਾਈਵ ਕਿਸ ਤਰੀਕੇ ਨਾਲ ਹੋਇਆ। ਜਦੋਂ ਮੈਨੂੰ ਉੱਥੇ ਨੌਕਰੀ ਤੋਂ ਜਵਾਬ ਦਿੱਤਾ ਤਾਂ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਤੁਹਾਨੂੰ ਲੱਖ ਰੁਪਏ ਮਹੀਨਾ ਤੇ ਜੌਬ ਤੇ ਰੱਖਾਂਗੇ, ਸੈਲਰੀ ਥੋੜੀ ਘੱਟ ਦਿਆਂਗੇ। ਦੱਸੋ ਜੀ, ਕਹਿੰਦੇ 5000 ਰੁਪਇਆ ਦਿਆਂਗੇ। ਵਾਈਫ ਦਾ ਪੁੱਛਿਆ ਨਹੀਂ, ਮੈਂ ਕਿਹਾ ਜੀ ਕੋਈ ਗੱਲ ਨਹੀਂ, ਸੇਵਾ ਕਰ ਲਾਂਗੇ। ਤੇ ਉਹ ਵੀ ਜਾਣੀ ਉਹਨਾਂ ਨੇ ਉਸ ਚੀਜ਼ ਨੂੰ ਵੀ ਡਿਨਾਈ ਕਰ ਦਿੱਤਾ। ਐਂਡ ਆਫ ਦੀ ਡੇ ਜੇ ਆਪਾਂ ਇਹਦਾ ਰਿਜ਼ਲਟ ਕੱਢੀਏ ਤੇ ਉਹ ਵੀ ਉਹਨਾਂ ਨੇ ਨਹੀਂ ਦਿੱਤੀ। ਲਾਰੇ ਹੀ ਮਿਲੇ। ਨੌਕਰੀ ਦਾ ਹੀਲਾ ਇਧਰਲੇ ਪਾਸੋਂ ਲਾਰੀ ਮਿਲੇ ਤੇ ਪਰਿਵਾਰ ਨੂੰ ਤਾਂ ਪਾਲਣਾ ਸੀ ਨਾ ਕਿਸੇ ਤਰੀਕੇ। ਪਰਿਵਾਰ ਦਾ ਪਾਲਣ ਪੋਸ਼ਣ ਕਿਸ ਤਰੀਕੇ ਨਾਲ, ਫਿਰ ਆਪਣਾ ਕੰਮ ਸ਼ੁਰੂ ਕੀਤਾ ਜਾਂ ਕਿਸ ਤਰੀਕੇ ਨਾਲ ਅੱਗੇ ਚੱਲੇਗਾ। ਮੈਂ ਕੀ ਕੀਤਾ, ਟ੍ਰੇਡਿੰਗ ਸ਼ੁਰੂ ਕੀਤੀ। ਤੁਹਾਡੇ ਤੋਂ ਆਰਡਰ ਲੈ ਲਿਆ, ਆਰਡਰ ਦੇ ਤੁਹਾਡੇ ਤੋਂ 25% ਐਡਵਾਂਸ ਲਿਆ, ਇੱਧਰੋਂ ਮਟੀਰੀਅਲ ਚੱਕਿਆ, ਉਹਨਾਂ ਨੂੰ ਮਹੀਨੇ ਦੀ ਉਧਾਰੀ ਕਰਕੇ, ਸੈਕੰਡ ਤੋਂ ਬਣਵਾਇਆ ਮਹੀਨੇ ਦੀ ਉਧਾਰੀ ਕਰਕੇ, ਥਰਡ ਤੋਂ ਪ੍ਰੋਸੈਸ ਕਰਾਇਆ ਮਹੀਨੇ ਦੀ ਉਧਾਰੀ ਕਰਕੇ, ਜਦੋਂ ਡਿਲੀਵਰੀ ਦਿੱਤੀ ਫਿਰ ਪੇਮੈਂਟ ਆ ਗਈ। ਮੇਰੇ ਕੋਲ 100% ਪੇਮੈਂਟ ਆ ਗਈ, ਮੈਂ ਦਿੱਤਾ ਹਜੇ ਕਿਸੇ ਨੂੰ ਨਹੀਂ। 20 ਦਿਨਾਂ 'ਚ ਸਾਈਕਲ ਘੁਮਾ ਲਿਆ, 15 ਦਿਨਾਂ 'ਚ। ਅਕਾਲੀ ਦਲ ਦੀ ਸਰਕਾਰ ਸੀ ਤੇ ਇਹਨਾਂ ਵੱਲੋਂ ਮੈਨੂੰ ਦੇਸ਼ ਧਰੋਹੀ ਕਹਿ ਕੇ ਪਰਚਾ ਪਾ ਕੇ ਮੈਨੂੰ ਜੇਲ੍ਹ 'ਚ ਸੁੱਟਣਾ ਸ਼ੁਰੂ ਕਰ ਦਿੱਤਾ। ਜਾਣੀ ਕਿ ਪਰਚੇ ਪਾਉਣੇ ਸ਼ੁਰੂ ਕਰ ਦਿੱਤੇ। ਪਰਚੇ ਪਾਉਣੇ ਅਕਾਲੀ ਦਲ ਨੇ ਸ਼ੁਰੂ ਕਰ ਦਿੱਤੇ। ਅਕਾਲੀ ਦਲ ਦੀ ਸਰਕਾਰ ਨੇ 2014 ਨਹੀਂ, ਦੇਸ਼ ਧਰੋਹ ਦਾ ਪਰਚਾ ਕਿਸ ਤਰੀਕੇ ਨਾਲ ਪਿਆ? ਆਪਣੇ ਤੁਸੀਂ ਸਿੱਖਾਂ ਦੀ ਆਵਾਜ਼ ਚੁੱਕਦੇ ਹੋ, ਗੱਲ ਕਰਦੇ ਹੋ। ਮੈਂ ਘੱਟੋ ਘੱਟ 6 ਵਾਰ ਜੇਲ੍ਹ ਗਿਆ। ਫਿਰ ਰਾਜਨੀਤਿਕ ਤੌਰ ਤੇ ਉਚੇਚੇ ਤੌਰ ਤੇ ਕਦੋਂ ਸਬਬ ਬਣਿਆ ਵੀ ਹੁਣ ਪੋਲੀਟੀਕਲ ਵੀ ਹੋ ਜਾਈਏ? ਪੁਲਿਸ ਦੇ ਡਰ ਤੋਂ ਫਿਰ ਅਸੀਂ ਇਸ ਇਲੈਕਸ਼ਨ ਦੇ ਵਿੱਚ ਆਏ ਹਾਂ। ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਪਿਓ ਪੁੱਤ ਤੇ ਸੀਰੀ ਨੂੰ ਨੰਗਾ ਕਰਕੇ ਥਾਣੇ ਦੇ ਵਿੱਚ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ। ਮੇਰੇ ਕੋਲ ਵੀ ਆਉਂਦੀ ਹੈ। ਔਰ ਮੈਂ ਕਿਉਂਕਿ ਮੈਨੂੰ ਆਪ ਉਸ ਤਰੀਕੇ ਨਾਲ ਸੀਏ ਸਟਾਫ ਲੁਧਿਆਣੇ 'ਚ ਨੰਗਾ ਕੀਤਾ ਗਿਆ। ਤੁਸੀਂ ਹਰਜੀਤ ਸਿੰਘ ਦੀ ਲਾਈ ਹੈ ਪਲੇਟ ਤੇ ਕਹਿੰਦੇ ਅਸੀਂ ਅੱਜ ਟ੍ਰਿਬਿਊਟ ਕਰ ਰਹੇ ਹਾਂ ਹਰਜੀਤ ਸਿੰਘ। ਫਿਰ ਮੈਂ ਖੜਾ ਹੋਇਆ ਉਹਨਾਂ ਦੇ ਸਾਹਮਣੇ, ਮੈਂ ਆਪਣਾ ਕੁੜਤਾ ਲਾਤੀ, ਜੈਕਟ ਲਾ ਦਿੱਤੀ, ਮੈਂ ਕੁੜਤਾ ਲਾਤਾ, ਆਪਣਾ ਪਜਾਮਾ ਲਾਤਾ। ਕਹਿੰਦੇ ਤੂੰ ਕੀ ਕਰ ਰਿਹਾ? ਮੈਂ ਕਿਹਾ ਮੈਂ ਜੋਗੀ ਨੂੰ ਟ੍ਰਿਬਿਊਟ ਕਰ ਰਿਹਾ। ਤੇ ਉਹਨਾਂ ਨੂੰ ਭੱਜਣਾ ਪੈ ਗਈਆਂ। ਮੀਡੀਆ ਜਿਹੜਾ ਬਾਹਰ ਖੜਾ ਸੀ ਗੇਟ ਤੇ, ਉਹ ਭੱਜਿਆ ਅੰਦਰ ਆਇਆ। ਉਹ ਗੇਟ ਲਾਉਣ ਮੀਡੀਆ ਨੂੰ ਵੀ ਅੰਦਰ ਨਾ ਆ ਜਾਵੇ, ਮੈਨੂੰ ਕਹਿਣ ਤੂੰ ਕੱਪੜੇ ਪਾ ਲਾ। ਮੈਂ ਨੋ। ਇੱਕ ਮਹਿਲਾ ਆਈ ਸੀ, ਉਹਨੇ ਵੀ ਤੁਹਾਡੇ ਤੇ ਇਲਜ਼ਾਮ ਤਰਾਸ਼ੀਆਂ ਬੜੀਆਂ ਕੀਤੀਆਂ ਸੀ ਕਿ ਪੈਸੇ ਮੰਗ ਰਹੇ ਆ। ਜਦੋਂ ਸੱਚੇ ਬੰਦੇ ਨੂੰ ਕੋਈ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ। ਇੱਦਾਂ ਦੇ ਜੇ ਅਸੀਂ ਇੱਦਾਂ ਹੀ ਪੈਸਿਆਂ ਪਿੱਛੇ ਹੁੰਦੇ, ਬਥੇਰੇ ਪੈਸੇ ਸਾਨੂੰ ਮਿਲੇ ਆ ਮੌਕੇ। ਬੜੀਆਂ ਕੁਛ ਸੀ। ਸਿੱਖ ਫॉर ਜਸਟਿਸ ਵਾਲੇ ਵੀ ਪਿੱਛੇ ਲੱਗੇ ਹੋਏ ਸੀ। ਆਮ ਆਦਮੀ ਪਾਰਟੀ 'ਚ ਆਣ ਕੇ ਕਿ ਜਿੱਦਾਂ ਤੁਸੀਂ ਪੰਥ-ਪ੍ਰਸਤ ਸਿਆਸਤ ਦੀ ਗੱਲ ਕਰ ਰਹੇ ਸੀਗੇ ਕਿ ਸਿੱਖਾਂ ਦੇ ਇਸ਼ੂ ਐਡਰੈਸ ਹੋਣੇ ਚਾਹੀਦੇ ਆ, ਉਹ ਕਰ ਪਾ ਰਹੇ ਹੋ? ਉੱਦਾਂ ਦੀ ਆਜ਼ਾਦੀ ਹੈਗੀ ਹੈ ਕਿ ਸਿੱਖਾਂ ਦੇ ਮਸਲੇ ਵੀ ਐਡਰੈਸ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ? ਦੇਖੋ ਬਹੁਤ ਬੰਦਿਸ਼ਾਂ
ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਫ਼ਰ ਜ਼ਿੰਦਗੀ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਡੇ ਨਾਲ ਕੋਈ ਅਜਿਹੀ ਸ਼ਖਸੀਅਤ ਜਿਹੜੀ ਆ ਉਹਦੀ ਮੁਲਾਕਾਤ ਕਰਵਾਈਏ ਜਿਹਨੇ ਇੱਕ ਲੰਮਾ ਪੈਂਡਾ ਤੈਅ ਕਰਨ ਤੋਂ ਬਾਅਦ ਇੱਕ ਮੁਕਾਮ ਹਾਸਿਲ ਕੀਤਾ। ਅੱਜ ਸਾਡੇ ਨਾਲ ਮਨਵਿੰਦਰ ਸਿੰਘ ਗਿਆਸਪੁਰਾ ਹੋਣਗੇ, ਕਿਉਂਕਿ ਉਚੇਚੇ ਤੌਰ ਤੇ ਇਹਨਾਂ ਦੇ ਸਫ਼ਰ ਦੀ ਗੱਲ ਕਰੀਏ ਤਾਂ ਟੈਕਸਟਾਈਲ ਇੰਜੀਨੀਅਰ ਰਹੇ, ਬਹੁਤ ਦੇਸ਼ਾਂ ਦੇ ਵਿੱਚ ਘੁੰਮਣਾ ਵੀ ਹੋਇਆ, ਵੱਖ-ਵੱਖ ਥਾਵਾਂ ਤੇ ਜਾ ਕੇ ਨੌਕਰੀਆਂ ਵੀ ਕੀਤੀਆਂ, ਪਰ ਆਖਿਰਕਾਰ ਪੰਜਾਬ ਦੇ ਵਿੱਚ ਆਣ ਕੇ ਐਮਐਲਏ ਬਣੇ। ਐਮਐਲਏ ਬਣਨ ਤੋਂ ਪਹਿਲਾਂ ਵੀ ਇੱਕ ਲੜਾਈ ਲੜੀ, ਹੋਂਦ 'ਚ ਲੜਦੀ ਲੜਾਈ, ਬਹੁਤ ਅਹਿਮ ਲੜਾਈ ਹੈ, ਹਾਲੇ ਵੀ ਚੱਲ ਰਹੀ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਇਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਜਿਨ੍ਹਾਂ ਦੇ ਬਾਰੇ ਅੱਜ ਗੱਲਬਾਤ ਕਰਕੇ ਸਮਝਾਂਗੇ ਕਿ ਉਹਨਾਂ ਦਾ ਸਫ਼ਰ ਕਿਸ ਤਰੀਕੇ ਦਾ ਰਿਹਾ। ਗਿਆਸਪੁਰਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਸਪੁਰਾ ਜੀ, ਜੇ ਜ਼ਿੰਦਗੀ ਦੇ ਉਤਾਰ ਚੜ੍ਹਾਅ ਦੀ ਗੱਲ ਕਰੀਏ, ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਨੇ, ਬਹੁਤ ਸਾਰੇ ਅੱਗੇ ਪਿੱਛੇ ਘਟਨਾਵਾਂ ਹੁੰਦੀਆਂ ਰਹੀਆਂ ਨੇ, ਇਹ ਕੁਝ ਸ਼ਬਦਾਂ ਦੇ ਵਿੱਚ ਇਸ ਚੀਜ਼ ਨੂੰ ਪਰੋਣਾ ਹੋਵੇ ਵੀ ਇਹ ਸਫ਼ਰ ਕਿਹੋ ਜਿਹਾ ਰਿਹਾ ਹੁਣ ਤੱਕ ਦਾ? ਦੇਖੋ, ਮੈਂ ਬਹੁਤ ਹੀ ਗਰੀਬ ਪਰਿਵਾਰ 'ਚੋਂ ਪੈਦਾ ਹੋਇਆ। ਸਾਡਾ ਗਿਆਸਪੁਰੇ ਸਮਝੋ ਕਹਿ ਦਈਏ ਵੀ ਸਭ ਤੋਂ ਗਰੀਬ ਪਰਿਵਾਰਾਂ ਦੇ ਵਿੱਚੋਂ ਸਾਡਾ ਪਰਿਵਾਰ ਸੀ। ਸਾਡਾ ਜੱਦੀ ਪਿੰਡ ਗਿਆਸਪੁਰਾ ਹੈ, ਦਾਦੇ ਪੜਦਾਦੇ ਲੱਕੜਦਾਦੇ ਸਾਡੇ ਗਿਆਸਪੁਰੇ ਦੇ ਹੀ ਨੇ। ਪਰ ਸਾਡੇ ਇੱਕੋ ਹੀ ਮੇਰੇ ਫਾਦਰ ਸਾਹਿਬ ਦਾ ਟਾਰਗੇਟ ਸੀਗਾ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ। ਉਹਨਾਂ ਨੇ ਮੈਨੂੰ ਵੀ ਇੰਜੀਨੀਅਰਿੰਗ ਕਰਾਈ, ਮੇਰੇ ਬ੍ਰਦਰ ਨੂੰ ਵੀ ਪੜ੍ਹਾ ਲਿਖਾ ਕੇ, ਅਤੇ ਮੈਂ 95 ਤੋਂ ਬਾਅਦ ਫੀਲਡ ਦੇ ਵਿੱਚ ਆਇਆ ਅਤੇ ਬੜੇ ਕੰਟਰੀਆਂ 'ਚ ਵੀ ਗਿਆ। ਬੰਗਲਾਦੇਸ਼ ਵੀ ਮੈਂ ਜੋਬ ਕੀਤੀ, ਤਾਇਵਾਨ ਵੀ ਮੈਂ ਗਿਆ, ਅਤੇ ਉਸ ਤੋਂ ਬਾਅਦ ਮੈਨੂੰ ਇੱਕ ਸਟੇਬਲ ਜਿਹੜੀ ਜੋਬ ਸੀ 2005 ਦੇ ਵਿੱਚ ਮੈਂ ਗੁੜਗਾਉਂ V&S ਇੰਟਰਨੈਸ਼ਨਲ ਗੁੜਗਾਉਂ ਦੇ ਵਿੱਚ ਐਜ਼ ਏ GM ਮੈਂ ਉੱਥੇ ਨੌਕਰੀ 'ਤੇ ਲੱਗਿਆ। ਬੜਾ ਵਧੀਆ ਜੀਵਨ ਚੱਲਦਾ ਸੀ, ਕਿਉਂਕਿ ਇੱਕ ਜਦੋਂ ਗਰੀਬ ਘਰ ਦਾ ਬੱਚਾ ਉੱਠ ਕੇ ਇੱਕ GM ਦੀ ਪੋਸਟ ਤੱਕ ਪਹੁੰਚਦਾ ਅਤੇ ਉਹਨੂੰ ਚਾਅ ਹੀ ਇੰਨਾ ਹੁੰਦਾ ਕੰਮ ਕਰਨ ਦਾ ਕਿ ਮੈਂ ਹਰੇਕ ਕੰਮ ਜੋ ਵੀ ਹੈ ਇੱਕ ਆਪਣਾ ਕੰਮ ਸਮਝ ਕੇ, ਕਿਉਂਕਿ ਮੈਂ ਹਮੇਸ਼ਾ ਹੀ ਰਹੀ ਹੈ ਕਿ ਜਿੱਥੇ ਮੈਂ ਕੰਮ ਕਰਦਾ ਉੱਥੇ 100% ਵੀ ਇਹ ਮੇਰੀ ਫੈਕਟਰੀ ਹੈ, ਇਸ ਹਿਸਾਬ ਨਾਲ ਕੰਮ ਕੀਤਾ। ਅਤੇ ਕੰਪਨੀ ਨੇ ਵੀ ਮੈਨੂੰ ਖੂਬ ਤਰੱਕੀ ਦਿੱਤੀ। ਜੋ ਮੈਂ ਮੰਗਿਆ ਉਹ ਕੰਪਨੀ ਨੇ ਮੈਨੂੰ ਪ੍ਰੋਵਾਈਡ ਕੀਤਾ। ਲੱਖ ਰੁਪਈਆ ਨੌਕਰੀ, ਘਰ ਸੀ, ਕੋਠੀ ਸੀ, ਕਾਰ ਸੀ, ਸਭ ਕੁਝ ਸੀ, ਬੱਚੇ ਪੂਰੇ ਸੈੱਟ ਸੀ। ਪਰ 2011 ਦੀ ਗੱਲ ਹੈ, ਅੱਜ ਵੀ ਮੈਨੂੰ ਯਾਦ ਹੈ ਕਿ 21 ਜਨਵਰੀ 2011 ਦੁਪਹਿਰ ਦਾ ਸਮਾਂ ਸੀ। ਮੈਂ ਆਪਦੇ ਦਫ਼ਤਰ 'ਚ ਬੈਠਾ ਸੀ, ਅਤੇ ਦਫ਼ਤਰ 'ਚ ਬੈਠਾ ਸੀ ਕਿ ਇੱਕ ਟਰੱਕ ਡਰਾਈਵਰ, ਕਿਉਂਕਿ ਸਾਡੇ ਟੈਕਸਟਾਈਲ ਦਾ ਕੋਈ ਉਹ ਮਟੀਰੀਅਲ ਉਤਾਰਨਾ ਸੀ। ਦੁਪਹਿਰ ਦੇ ਸਮੇਂ 'ਚ ਕੰਪਨੀ ਦੇ ਵਿੱਚ ਤਕਰੀਬਨ ਸ਼ਟਡਾਊਨ ਵਰਗਾ ਸਮਾਂ ਹੁੰਦਾ, ਅਤੇ ਉਹਨੂੰ ਕੋਈ ਮਿਲ ਨਹੀਂ ਸੀ ਰਿਹਾ, ਅਤੇ ਉਹਨੇ ਮੇਰਾ ਦਰਵਾਜ਼ਾ ਖਟਖਟਾਇਆ ਅਤੇ ਅੰਦਰ ਆ ਗਿਆ। ਅਤੇ ਮੈਂ ਉਹਨੂੰ ਸਹਿਜ ਸੁਭਾਅ ਕਹਿ ਦਿੱਤਾ ਕਿ ਕਿੱਥੇ ਮੂੰਹ ਚੱਕਿਆ, ਜਿਵੇਂ ਆਪਣੀ ਥੋੜ੍ਹੀ ਜਿਹੀ ਆਦਤ ਐਵੇਂ ਆ ਪੰਜਾਬੀਆਂ ਦੀ, ਕਿੱਥੇ ਮੂੰਹ ਚੱਕਿਆ। ਅਤੇ ਉਹਨੂੰ ਇਸ ਗੱਲ ਦਾ ਗੁੱਸਾ ਲੱਗਿਆ, ਤਾਂ ਮੈਨੂੰ ਹਿੰਦੀ 'ਚ ਕਹਿੰਦਾ ਯਹਾਂ ਇਸੀ ਦਫ਼ਤਰੋਂ ਮੇਂ ਬੈਠ ਕੇ ਬਾतें ਬਣਾ ਸਕਤੇ ਹੋ। ਮੈਂ ਕਿਹਾ ਤੂੰ ਕਿੱਥੇ ਗੱਲ ਕਰਨੀ ਹੈ ਬਈ? ਉਹ ਕਹਿੰਦਾ ਇੱਕੋ ਸਾਹ 'ਚ ਕਹਿਣ ਲੱਗਿਆ कि जब इंदिरा को मारा हमारे गांव के पास एक गांव था, उस गांव के सभी सरदारों को जिंदा जला दिया। इतने साल हो गए, किसी ने पाँव तक तो डाला नहीं, उनका अंतिम क्रियाकर्म तक तो किया नहीं, उनके घर आज भी वैसे के वैसे खड़े हैं। कहता बातें करते हो बड़ी बड़ी। तो मैनू बड़ा शॉक्ड होया मैं, क्योंकि मैं 5 ਸਾਲ ਦਾ ਸੀ ਜਦੋਂ ਮੈਂ ਅੰਮ੍ਰਿਤ ਛਕ ਲਿਆ ਸੀ, ਗੁਰਦੁਆਰੇ ਜਾਂਦੇ ਸੀ, ਬਸ ਇੰਨਾ ਕੀ ਸਾਡਾ ਸੀਗਾ ਕਿ ਸਵੇਰੇ ਨਿਤਨੇਮ ਕਰਨਾ, ਸ਼ਨੀਵਾਰ ਨੂੰ ਗੁਰੂ ਘਰ ਜਾਣਾ, ਅਤੇ ਇਨਫ ਸਿੱਖੀ ਦਾ ਜਾਂ ਕੀ ਪੰਥ 'ਚ ਹੋ ਰਿਹਾ ਜਾਂ ਕੀ ਗੱਲ ਹੈ ਉਹਦੇ ਤੋਂ ਬਿਲਕੁਲ ਅਣਜਾਣ, ਕਿਉਂਕਿ ਸਿੱਧਾ ਕੰਮ ਕਰਕੇ ਡਿਗਰੀ ਕਰਕੇ ਆਪਣੇ ਕੰਮ 'ਤੇ ਲੱਗ ਗਏ, ਆਪਣੇ ਉਹਦੇ ਵਿੱਚ ਆਪਣੇ ਰਸਾਂ ਦੇ ਵਿੱਚ ਹੀ ਮਸ਼ਹੂਰ ਸੀ। ਬਸ ਇੰਨਾ ਹੀ ਸੀਗਾ ਵੀ ਤੁਸੀਂ ਪਾਠ ਕਰ ਲਿਆ ਅਤੇ ਦੈਟ ਇਜ਼ ਓਕੇ ਹੈ। ਪਰ ਜਦੋਂ ਇਹ ਚੀਜ਼ ਮੈਂ ਸੁਣੀ, ਮੈਂ ਸੋਚਿਆ ਵੀ ਯਾਰ ਦਿੱਲੀ ਦੇ ਵਿੱਚ ਤਾਂ ਸੁਣਦੇ ਹਾਂ ਕਿ ਕੀ ਇੱਥੇ ਵੀ ਕੋਈ ਲਾਗੇ ਪਿੰਡ ਹੈ ਜਿਹੜਾ ਉਹਨੇ ਮੈਨੂੰ ਐਡਾ ਵੱਡਾ ਤਾਨਾ ਮਾਰ ਦਿੱਤਾ, ਮਿਹਣਾ ਮਾਰ ਦਿੱਤਾ ਕਿ ਇੱਕ ਪਿੰਡ ਜਿਹੜਾ ਕਿ ਜਾਲ ਦਿੱਤਾ, ਕਹਿੰਦਾ ਅੱਜ ਵੀ ਘਰ ਖੜ੍ਹੇ ਹੈ। ਮੈਂ ਉਹਨੂੰ ਆਰਾਮ ਨਾਲ ਪੁੱਛਿਆ ਕਿ ਵਾਕਈ ਇਹ ਸੱਚ ਹੈ ਕਿ ਅੱਜ ਵੀ ਉਹ ਘਰ ਉਵੇਂ ਹੀ ਹੈ? ਕਹਿੰਦਾ ਬਿਲਕੁਲ ਵੈਸੇ ਹੀ ਹੈ। ਅਤੇ ਫਿਰ ਮੈਂ ਪਹਿਲਾਂ ਤਾਂ ਉਹਦਾ ਕੰਮ ਕੁੰਮ ਕਰਾਇਆ ਆਪ ਇਨੀਸ਼ੀਏਟਿਵ ਲੈ ਕੇ, ਅਤੇ ਫਿਰ ਉਹਨੂੰ ਬੁਲਾ ਕੇ ਉਹਦਾ ਐਡਰੈਸ ਪੁੱਛਿਆ। ਅਗਲੇ ਦਿਨ 22 ਜਨਵਰੀ 2011 ਨੂੰ ਮੈਂ ਆਪਣੇ ਦਫ਼ਤਰ ਨਹੀਂ ਆਇਆ, ਸਿੱਧਾ ਉਸ ਸਪੌਟ 'ਤੇ ਗਿਆ ਜਿੱਥੇ ਕਿ ਉਹਨੇ ਦੱਸਿਆ ਸੀਗਾ। ਮੈਂ ਬੜਾ ਪੁੱਛਦਾ ਪਛਾਉਂਦਾ, ਕਈ ਲੋਕਾਂ ਨੇ ਮੈਨੂੰ ਘੂਰ ਘੂਰ ਵੀ ਦੇਖਿਆ ਵੀ ਇਹ ਕੌਣ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਮੇਰੀ ਉਦੋਂ ਉਮਰ 2011 ਦੇ ਵਿੱਚ 32-33 ਸਾਲ ਦੀ ਸੀ, ਅਤੇ ਮੈਂ ਯੰਗ ਸੀ। ਉਹ ਸੋਚਦੇ ਸੀ ਸ਼ਾਇਦ ਕੋਈ ਬੱਚਾ ਹੋਊਗਾ ਜਿਹੜਾ ਬਚ ਕੇ ਆਇਆ ਅਤੇ ਉਹ ਆਪਦਾ ਪਿੰਡ ਦੇਖਣ ਆਇਆ, ਅਤੇ ਇਸ ਤਰੀਕੇ ਨਾਲ ਲੋਕਾਂ ਦੇ ਵੀ ਮਨ ਦੇ ਵਿੱਚ ਸੀਗਾ। ਅਤੇ ਮੈਂ ਜਦੋਂ ਉੱਥੇ ਜਾ ਕੇ ਕੀ ਦੇਖਦਾ ਕਿ ਹਵੇਲੀਆਂ ਖੜ੍ਹੀਆਂ ਨੇ ਪਰ ਉਹਨਾਂ ਦੀਆਂ ਛੱਤਾਂ ਨਹੀਂ, ਉੱਥੇ ਘਰ ਹੈਗੇ ਆ ਪਰ ਉੱਥੇ ਕੋਈ ਨਹੀਂ ਵਸਦਾ। ਇੱਕ ਖੂਹ ਹੈ, ਉੱਥੇ ਇੱਕ ਜਗ੍ਹਾ ਦੇ ਉੱਤੇ ਲਿਖਿਆ ਸੀ, ਮੈਨੂੰ ਅੱਜ ਵੀ ਯਾਦ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤਾਂ ਮੈਂ ਇੱਕ ਆਈਡੀਆ ਲਾਇਆ ਕਿ ਇਹ ਗੁਰੂ ਘਰ ਹੋਊਗਾ।
ਉਹ ਗੁਰੂ ਘਰ ਵੀ ਜਾਲਿਆ ਹੋਇਆ ਸੀਗਾ। ਤੇ ਫਿਰ ਉੱਥੇ ਲਾਗੇ ਕੋਈ ਬੱਕਰੀਆਂ ਚਰਾਉਂਦੀਆਂ ਸੀ ਤੇ ਉਹਨਾਂ ਤੋਂ ਪੁੱਛਿਆ ਵੀ ਇੱਥੇ ਕੀ ਘਟਨਾ ਹੋਈ, ਤੇ ਉਹਨਾਂ ਨੇ ਦੱਸਿਆ ਕਿ ਇੱਥੇ सरदार रहते थे क्योंकि 47 से उजड़ के यहाँ पे आए थे, तो यहाँ पे इनको कुएं में सबको फेंक दिया आग लगा के। तो बड़ा उस मन ते आया, उत्थे बैठ के मैं तकरीबन अद्धा पौना घंटा बहुत रोया। ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰ, ਮੈਨੂੰ ਜਾਣੀ ਯਾਦ ਆ ਕਿ ਮੈਂ ਉਦੋਂ ਹੰਝੂ ਭਰੇ ਸੀ। ਮੇਰੀ ਦਾਦੀ ਦੀ ਵੀ ਡੈਥ ਹੋਈ ਉਸ ਤੋਂ ਪਹਿਲਾਂ। ਮੈਨੂੰ ਘਰ ਦੇ ਬੜਾ ਕਹਿੰਦੇ ਸੀ ਕਿ ਤੂੰ ਰੋ, ਤੇ ਮੈਨੂੰ ਰੋਣਾ ਹੀ ਨਹੀਂ ਆਇਆ। ਮੈਂ ਕਿਹਾ ਠੀਕ ਹੈ, ਆਪਣੀ ਉਮਰ ਭੋਗ ਕੇ ਹੈ ਨਾ ਗਏ ਆ। ਪਰ ਮੈਨੂੰ ਉਸ ਤੋਂ ਬਾਅਦ ਮੇਰਾ ਇੰਨਾ ਦਿਲ ਪਸੀਜਿਆ ਕਿ ਮੈਂ ਉੱਥੇ ਅੱਧਾ ਪੌਣਾ ਘੰਟਾ ਬੈਠ ਕੇ ਰੋਂਦਾ ਰਿਹਾ। ਫਿਰ ਮਨ ਦੇ ਵਿੱਚ ਆਇਆ ਯਾਰ ਕਿਉਂ ਨਾ ਕੁਛ ਕਰੀਏ। ਤੇ ਫਿਰ ਮੈਂ ਉਸ ਤੋਂ ਬਾਅਦ ਉਹਦੀ FIR ਜਿਹੜੀ ਸੀ ਉਹ ਮੈਂ ਕਲੈਕਟ ਕੀਤੀ। ਉੱਥੇ ਜਾਤੂਪੁਰ ਥਾਣਾ ਉਹਦੇ ਵਿੱਚ FIR ਕੱਟੀ ਸੀ, ਜਿਹਦੇ ਵਿੱਚ ਅਟੇ ਸਟੇ ਨਾਲ 22-23 ਬੰਦੇ ਲਿਖੇ ਸੀ ਕਿ ਇੱਥੇ ਮਰੇ ਆ। ਤੇ ਮੈਂ ਨਾ ਉਦੋਂ 2011 ਦੇ ਵਿੱਚ ਤੁਸੀਂ ਫੇਸਬੁੱਕ 'ਤੇ ਦੇਖਿਆ ਹੋਣਾ ਕਿ ਇੱਕ ਫਰਾਂਸ ਦੀ ਕ੍ਰਾਂਤੀ ਆਈ ਸੀ। ਲੱਖਾਂ ਲੋਕ ਸੜਕਾਂ 'ਤੇ ਉਹ ਫੇਸਬੁੱਕ ਜ਼ਰੀਏ ਆ ਗਏ ਸੀ। ਮੇਰੇ ਮਨ ਦੇ ਵਿੱਚ ਇੱਕ ਇਹ ਸੀਗਾ ਵੀ ਜੇ ਆਪਾਂ ਆਪਣਾ ਜਿਹੜਾ ਸੋਸ਼ਲ ਮੀਡੀਆ, ਜਿਹਨੂੰ ਆਪਾਂ ਇਸ ਚੀਜ਼ ਨੂੰ ਉਜਾਗਰ ਕਰਨ ਦੇ ਲਈ ਆਪਣਾ ਹਥਿਆਰ ਬਣਾਈਏ, ਵਰਤੀਏ, ਤੇ ਮੇਰਾ ਖਿਆਲ ਰਿਜ਼ਲਟ ਪੋਜ਼ਿਟਿਵ ਹੋਏਗਾ। ਤੇ ਮੈਨੂੰ ਪੋਜ਼ਿਟਿਵ ਮਿਲਿਆ ਵੀ। ਤੇ ਮੈਂ ਉਹਦੀ ਵੀਡੀਓਜ਼ ਬਣਾਈਆਂ ਸੀ, ਉਹਦੀਆਂ ਫੋਟੋਜ਼ ਸੀ। ਤੇ ਮੈਂ ਉਦੋਂ ਇੱਕ ਆਰਟੀਕਲ ਲਿਖਿਆ ਤੁਰੰਤ ਹੀ, ਅਗਲੇ ਦਿਨ ਹੀ, ਰਿਸ ਦੇ ਜ਼ਖਮ ਉਸ ਆਰਟੀਕਲ ਦਾ ਨਾਮ ਸੀ। ਤੇ ਉਹ ਆਰਟੀਕਲ ਨੂੰ ਅਖਬਾਰਾਂ ਨੇ ਵੀ ਛਾਪਿਆ, ਮੈਂ ਫੇਸਬੁੱਕ 'ਤੇ ਵੀ ਪਾਇਆ। ਤੇ ਫਿਰ ਅਸੀਂ ਉੱਥੇ ਕਾਫੀ ਲੋਕਾਂ ਨਾਲ ਮੇਰਾ ਕੰਟੈਕਟ ਹੋਇਆ, ਬਾਹਰੋਂ ਵੀ, ਵਿਦੇਸ਼ਾਂ ਦੇ ਵਿੱਚੋਂ ਵੀ ਕੰਟੈਕਟ ਲੋਕਾਂ ਨੇ ਕੀਤਾ, ਆਪਣੇ ਪੰਜਾਬ ਦੇ ਵਿੱਚੋਂ ਵੀ ਕੀਤਾ। ਈਵਨ ਤੁਸੀਂ ਦੇਖੋ ਕਿ ਲੋਕ ਸਭਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਇਸ਼ੂ ਨੂੰ ਚੱਕਿਆ ਸੀਗਾ। ਹਾਂ, ਉੱਥੇ ਚੱਕਿਆ ਸੀ। ਤੇ ਬੜੇ ਲੋਕਾਂ ਨੇ ਜਾਣੀ ਇਸ ਗੱਲ ਨੂੰ ਕਰਿਆ ਕਿ ਇਹ ਸਾਡੀ ਜੈਨੋਸਾਈਡ ਜਗ੍ਹਾ ਵਾ। ਬੇਸਿਕਲੀ ਸਾਰੇ ਲੋਕਾਂ ਨੂੰ ਮਾਰ ਕੇ ਖੂਹ 'ਚ ਸਿੱਟ ਦੇਣਾ ਇੱਕ ਜੈਨੋਸਾਈਡ ਹੀ ਸੀਗਾ। ਜਿਹੜੇ ਘਰਾਂ ਦਾ ਹੀ ਤੁਸੀਂ ਜ਼ਿਕਰ ਕੀਤਾ, ਕਿੰਨੀਆਂ ਕੁ ਹਵੇਲੀਆਂ ਸੀ ਉੱਥੇ ਜਿਹੜੀਆਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਪਹਿਲੀ ਵਾਰ ਦੇਖਿਆ ਤੇ ਛੱਤਾਂ ਨਹੀਂ ਸੀਗੀਆਂ? ਉੱਥੇ 4 ਹਵੇਲੀਆਂ ਸੀਗੀਆਂ ਖੜੀਆਂ ਜਿਨ੍ਹਾਂ ਦੀਆਂ ਛੱਤਾਂ ਨਹੀਂ ਸੀਗੀਆਂ, ਤਕਰੀਬਨ 4 ਕੁ। ਬਾਕੀ ਆਲਾ ਦੁਆਲਾ ਜਿਹੜਾ ਸੀਗਾ ਉਹ ਲੋਕਾਂ ਨੇ ਵਾਹ ਕੇ ਆਪਣੇ ਖੇਤਾਂ 'ਚ ਮਿਲਾ ਲਿਆ ਸੀਗਾ। ਤੇ ਫਿਰ ਜਿਸ ਤਰੀਕੇ ਮੈਂ ਦੱਸਿਆ ਕਿ ਅਸੀਂ ਫਿਰ ਉੱਥੇ, ਜਿਵੇਂ ਉਹਨੇ ਮਿਹਣਾ ਮਾਰਿਆ ਸੀ ਕਿ ਇਹਨਾਂ ਦਾ ਅੰਤਮ ਕਿਰਿਆਕਰਮ ਨਹੀਂ ਹੋਇਆ, ਤੇ ਮੇਰੇ ਮਨ ਦੇ ਵਿੱਚ ਸੀਗਾ ਕਿ ਆਪਾਂ ਇੱਥੇ ਇਸੇ ਜਗ੍ਹਾ ਦੇ ਉੱਤੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਾ ਕੇ ਆਪਾਂ ਇੱਕ ਭੋਗ ਸੈਰਾਮਨੀ ਕਰਨੀ ਹੈ। ਉਹ ਅਸੀਂ 3 ਮਾਰਚ 2011 ਨੂੰ ਫਿਰ ਉੱਥੇ ਅਖੰਡ ਪਾਠ ਸਾਹਿਬ ਜਿਹੜਾ ਹੈਗਾ ਉਹ ਪ੍ਰਕਾਸ਼ ਕਰਾਇਆ ਸੀ, ਤੇ 5 ਮਾਰਚ ਨੂੰ ਅਸੀਂ ਉੱਥੇ ਭੋਗ ਪਾਇਆ ਸੀ। ਤੇ ਇਹ ਦੇਖੋ ਤੁਸੀਂ, ਜਿੱਦਣ ਅਸੀਂ ਅਖੰਡ ਪਾਠ ਸਾਹਿਬ ਕਰਾਇਆ ਉਸ ਦਿਨ ਮੈਂ ਉੱਥੇ ਸੀਗਾ ਤੇ ਮੇਰੇ ਘਰ ਦੇ ਵਿੱਚ ਲੁੱਟ ਹੋ ਗਈ, ਸਾਰਾ ਕੁਝ ਚੱਕ ਕੇ ਲੈ ਗਏ ਪੂਰੀ। ਮੈਨੂੰ ਜਾਣੀ ਕਿ ਡਰਾਉਣ ਦੀ ਕੋਈ ਕਸਰ ਨਹੀਂ ਸੀ ਛੱਡੀ ਕਿ ਇਹ ਬੰਦਾ ਜਿਹੜਾ ਹੈਗਾ ਇੱਥੋਂ ਛੱਡ ਕੇ ਭੱਜ ਜਾਏ। ਪਰ ਮੈਂ ਵੀ ਕਹਿ ਦਿੱਤਾ ਸੀ ਕਿ ਜਿੰਨਾ ਚਿਰ ਇੱਥੋਂ ਦੇ ਸਮਾਗਮ ਸਮਾਪਤ ਨਹੀਂ ਹੁੰਦੇ ਤੇ ਮੈਂ ਇੱਥੋਂ ਕਿਤੇ ਨਹੀਂ ਜਾਊਂਗਾ। ਜਾਣੀ ਕਿ ਉਦੋਂ ਹੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸੀ ਕਿ ਇਹ ਬੰਦਾ ਆਵਾਜ਼ ਕਿਉਂ ਚੱਕ ਰਿਹਾ। ਬਿਲਕੁਲ, ਉਦੋਂ ਹੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸੀ। ਤੁਸੀਂ ਇਹ ਦੇਖੋ ਕਿ ਜਦੋਂ ਮੈਂ 7 ਤਰੀਕ ਨੂੰ ਵਾਪਸ ਆਪਣੀ ਕੰਪਨੀ ਗਿਆ ਜੁਆਇਨ ਕਰਨ ਦੇ ਲਈ, ਤੇ ਮੈਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਕਿ ਤੁਸੀਂ ਜਿਹੜਾ ਹੈਗਾ ਇਹ ਕੰਮ ਕਰ ਰਹੇ ਹੋ ਬਹੁਤ ਖਤਰਨਾਕ ਹੈ, ਤੇ ਇਸ ਲਈ ਅਸੀਂ ਤੁਹਾਨੂੰ ਨਹੀਂ ਰੱਖ ਸਕਦੇ। ਇਹ ਦੇਖੋ ਕਿ ਇੱਕ ਗਰੀਬ ਘਰ ਦਾ ਬੱਚਾ, ਜਿਨ੍ਹਾਂ ਦੇ ਪਿੱਛੇ ਕੋਈ ਜ਼ਮੀਨ ਨਹੀਂ, ਸਾਡੇ ਕੋਲ ਕੋਈ ਜਾਇਦਾਦ ਨਹੀਂ, ਕੋਈ ਜੱਦੀ ਪੁਸ਼ਤੀ ਅਸੀਂ ਰਈਸ ਨਹੀਂ, ਨੌਕਰੀ ਨਾਲ ਸਾਡਾ ਖਰਚਾ ਚੱਲਦਾ, ਤੇ ਇੱਕਦਮ ਹੀ ਉਹਨੂੰ ਇਹ ਗੱਲ ਕਹਿ ਦੇਣੀ ਕਿ ਤੈਨੂੰ ਅਸੀਂ ਨਹੀਂ ਰੱਖ ਸਕਦੇ। ਤੇ ਬੱਚੇ ਉੱਥੇ ਪੜ੍ਹ ਰਹੇ ਆ, ਪਰਿਵਾਰ ਉੱਥੇ ਰਹਿ ਰਿਹਾ। ਤੇ ਜਦੋਂ ਮੈਂ ਫਿਰ ਉਸ ਤੋਂ ਬਾਅਦ ਉੱਠ ਕੇ ਜਦੋਂ ਮੈਂ ਪੰਜਾਬ ਆਇਆ, ਤੇ ਮੇਰੇ ਮਨ ਦੇ ਵਿੱਚ ਇਹ ਗੱਲ ਬੜੀ ਘਰ ਕੀਤੀ ਕਿ ਮੇਰਾ ਤਾਂ ਕੋਈ ਇੱਥੇ ਮਰਿਆ ਨਹੀਂ, ਠੀਕ ਹੈ। ਉਹ ਲੋਕ ਜਿਨ੍ਹਾਂ ਦੇ ਪਰਿਵਾਰ ਖਤਮ ਹੋ ਗਏ, ਜਦੋਂ ਉੱਜੜ ਕੇ ਕਿਤੇ ਹੋਰ ਜਗ੍ਹਾ ਗਏ ਹੋਣਗੇ, ਉਹਨਾਂ ਦੇ ਮਨਾਂ 'ਤੇ ਕੀ ਬੀਤਦੀ ਹੋਏਗੀ। ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਮੈਂ ਜਿਹੜੀ ਵੀ ਕੰਪਨੀ ਲਈ ਕੰਮ ਕੀਤਾ, ਪੂਰਾ ਇਹ ਸਮਝ ਕੇ ਕਰਦਾ ਸੀਗਾ ਕਿ ਮੇਰੀ ਕੰਪਨੀ ਆ, ਮੈਂ ਆਪਣਾ ਪੂਰਾ 100% ਦੇਣਾ ਸੀਗਾ। ਉਦੋਂ ਹੈਰਾਨੀ ਹੋਈ ਕਿ ਜਿਹੜੀ ਕੰਪਨੀ ਲਈ 100% ਦਿੰਦੇ ਸੀ, ਆਪਣੀ ਕੰਪਨੀ ਸਮਝ ਕੇ ਕੰਮ ਕਰਦੇ ਸੀ, ਉਹ ਵੀ ਹੱਥ ਖੜੇ ਕਰ ਗਈ। ਹਾਂ ਬਿਲਕੁਲ, ਕਿਉਂਕਿ ਇਹਦੇ ਵਿੱਚ ਰੀਜ਼ਨ ਸੀਗਾ ਕਿ ਜਿਹੜਾ ਮੇਰੀ ਕੰਪਨੀ ਦਾ ਓਨਰ ਹੈ, ਅੱਜ ਇਹ ਤੁਹਾਡੇ ਕੋਲ ਤੁਸੀਂ ਇਹ ਸਵਾਲ ਕੀਤਾ ਤੇ ਬੜਾ ਅੱਛਾ ਤੁਸੀਂ ਸਵਾਲ ਕੀਤਾ, ਤੇ ਮੈਨੂੰ ਇਹਦਾ ਜਵਾਬ ਵੀ ਦੇਣਾ ਬਣ ਗਿਆ ਤੇ ਸਾਹਮਣੇ ਆ ਗਈ ਗੱਲ। ਜਿਹੜਾ ਸਾਡਾ ਉੱਥੇ ਦਾ ਓਨਰ ਸੀ ਧਰਮਵੀਰ ਗਾਬਾ, ਉਹਦਾ ਜਿਹੜਾ ਭਰਾ ਸੀ ਚਾਚੇ ਦਾ ਰਿਸ਼ਤੇਦਾਰੀ 'ਚੋਂ, ਉਹ ਉੱਥੇ 4 ਵਾਰ MLA ਰਿਹਾ,
ਕਾਂਗਰਸ ਦਾ। ਤੇ ਮੇਨ ਕਾਰਨ ਕੰਪਨੀ ਉਹਨਾਂ ਦੀ ਸੀ, ਜਿਨ੍ਹਾਂ ਦੀ ਕੰਪਨੀ ਸੀ ਤੁਸੀਂ ਉਹਨਾਂ ਦੇ ਹੀ ਪਰਦੇ ਫੋਲ ਰਹੇ ਹੋ, ਕਿਉਂਕਿ ਕਤਲੇਆਮ ਤਾਂ ਸਾਰਿਆਂ ਨੂੰ ਪ੍ਰਤੱਖ ਹੈ ਕਿ ਕਿਹਨਾਂ ਨੇ ਕਤਲੇਆਮ ਕੀਤਾ ਸੀ। ਕਾਂਗਰਸ ਪਾਰਟੀ ਨੇ। ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਕਿਹਾ ਗਿਆ ਸੀ, ਜਦੋਂ ਪੁੱਛਿਆ ਗਿਆ ਰਾਜੀਵ ਗਾਂਧੀ ਨੂੰ ਕਿ ਇੰਨਾ ਕਤਲੇਆਮ ਹੋਇਆ ਵੀ ਕੀ ਹੋ ਗਿਆ, ਉਹ ਕਹਿੰਦਾ ਵੀ ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਤੋਂ ਹਿਲਤੀ ਹੈ। ਇਹਨਾਂ ਦੀ ਸਿੱਖਾਂ ਦਾ ਮਰਨਾ ਇਹਨਾਂ ਨੇ ਇੱਕ ਸਿਰਫ ਭੁਚਾਲ ਆਉਣ ਦੇ ਬਰਾਬਰ ਸੀ, ਵੀ ਤੁੱਲ ਸੀ ਵੀ ਉਹ ਧਰਤੀ ਹਿੱਲ ਗਈ ਹੈ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੱਖਾਂ ਜ਼ਿੰਦਗੀਆਂ ਉੱਜੜ ਗਈਆਂ, ਲੱਖਾਂ ਦੇ ਕਾਰੋਬਾਰ ਤਬਾਹ ਹੋ ਗਏ, ਲੱਖਾਂ ਦੇ ਪਰਿਵਾਰ ਉੱਜੜ ਗਏ। ਇਹ ਚੀਜ਼ ਦਾ ਕਿਸੇ ਨੂੰ ਕੋਈ ਅਹਿਸਾਸ ਨਹੀਂ। ਅੱਜ ਤੱਕ ਵੀ ਤੁਸੀਂ ਦੇਖ ਲਓ ਕਿ ਸਾਡੇ ਦੇਸ਼ ਦੇ ਵਿੱਚ ਇਸ ਜਿਹੜਾ ਕਤਲੇਆਮ, ਐਡੇ ਵੱਡੇ ਭਿਆਨਕ ਕਤਲੇਆਮ ਦੀ ਕਾਂਗਰਸ ਪਾਰਟੀ ਨੇ ਆਪ ਖੁਦ ਕਿਸੇ ਨੇ ਖੜ ਕੇ ਮਾਫੀ ਨਹੀਂ ਮੰਗੀ ਉਸ ਨਹਿਰੂ ਪਰਿਵਾਰ ਨੇ। ਪਰ ਬੜਾ ਦੁੱਖ ਹੁੰਦਾ ਸਾਨੂੰ ਕਿ ਅੱਜ ਵੀ ਸਾਡੀ ਇਸ ਪੰਜਾਬ ਦੇ ਵਿੱਚ, ਕਦੇ ਮੈਂ ਤਾਂ ਸੋਚਦਾ ਸੀ ਵੀ 84 ਤੋਂ ਬਾਅਦ ਤਾਂ ਕਦੇ ਕਾਂਗਰਸ ਆਉਣੀ ਨਹੀਂ ਸੀ ਚਾਹੀਦੀ, ਪਰ ਪੰਜਾਬ ਦੇ ਵਿੱਚ ਫਿਰ ਉਹ ਰਾਜ ਕਰ ਗਈ ਹੈ ਤੇ ਬੜਾ ਇਸ ਗੱਲ ਦਾ ਦੁੱਖ ਹੁੰਦਾ। ਜਦੋਂ ਤੁਸੀਂ ਪੰਜਾਬ ਵਾਪਸ ਆਏ, ਜਦੋਂ ਨੌਕਰੀ ਚਲੇ ਗਈ, ਕੋਈ ਰੁਜ਼ਗਾਰ ਦਾ ਸਾਧਨ ਨਹੀਂ ਰਿਹਾ, ਫਿਰ ਉਸ ਤੋਂ ਬਾਅਦ ਸਰਵਾਈਵ ਕਿਸ ਤਰੀਕੇ ਨਾਲ ਹੋਇਆ ਪਰਿਵਾਰ? ਦੇਖੋ, ਵੀ ਇੱਕ ਬੜੀ ਹੈਗੀ ਆ ਕਿ ਜਦੋਂ ਮੈਨੂੰ ਉੱਥੇ ਨੌਕਰੀ ਤੋਂ ਜਵਾਬ ਦਿੱਤਾ ਤਾਂ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਤੁਹਾਨੂੰ ₹1,00,000 ਮਹੀਨਾ ਤੇ ਜੋਬ 'ਤੇ ਰੱਖਾਂਗੇ। ਫਿਰ ਮੈਂ ਇਹਨਾਂ ਨੂੰ ਮਿਲਣ ਗਿਆ। SGPC ਦੇ ਪ੍ਰਧਾਨ ਉਦੋਂ ਮੱਕੜ ਸਾਹਿਬ ਸੀਗੇ, ਅੰਮ੍ਰਿਤਸਰ ਦੇ ਵਿੱਚ ਗਿਆ, ਮੈਨੂੰ ਯਾਦ ਹੈ ਅੱਜ ਵੀ। ਮੈਂ ਜਦੋਂ ਪਹਿਲੀ ਵਾਰ ਗਿਆ, ਮੈਂ ਆਪਣਾ ਬਾਇਓਡਾਟਾ ਲੈ ਕੇ ਗਿਆ ਸੀ, ਸ਼ਤਾਬਦੀ ਤੋਂ ਦਿੱਲੀੋਂ ਚੜ੍ਹ ਕੇ ਅੰਮ੍ਰਿਤਸਰ ਪਹੁੰਚਿਆ ਸੀ। ਮੈਂ ਗਿਆ, ਉੱਥੇ ਜਾ ਕੇ ਪ੍ਰਧਾਨ ਜੀ ਬੈਠੇ ਸੀ ਕਮਰੇ 'ਚ, ਮੈਨੂੰ ਕਹਿੰਦੇ ਵੀ ਇਹ ਮੁੰਡੇ ਨੇ ਬੜਾ ਵਧੀਆ ਕੰਮ ਕੀਤਾ, ਵੀ ਸ਼ਾਬਾਸ਼, ਇੱਧਰ ਆਓ, ਸਰੋਪਾ ਪਾਓ ਇਹਦੇ। ਅਤੇ ਫਿਰ ਮੇਰੇ ਨਾਲ ਗੱਲ ਕਰਨ ਲੱਗ ਗਏ। ਫਿਰ ਮੈਨੂੰ ਕਹਿੰਦੇ ਵੀ ਗਿਆਸਪੁਰਾ ਜੀ, ਅਸੀਂ ਤੁਹਾਡੇ ਲਈ ਪੱਕੀ ਨੌਕਰੀ ਦਿਆਂਗੇ। ਪਹਿਲਾਂ ਅਸੀਂ ਐਡਵਰਟਾਈਜ਼ਮੈਂਟ ਕੱਢਾਂਗੇ, ਫਿਰ ਅਸੀਂ ਤੁਹਾਡੇ ਲਈ ਨੌਕਰੀ ਕਰਾਂਗੇ। ਤੁਸੀਂ ਇਹ ਦੱਸੋ ਵੀ ਅਸੀਂ ਤੁਹਾਡੇ ਲਈ ਜਿਹੜਾ ਸਾਡਾ ਮੀਡੀਆ ਦੇ ਵਿੱਚ ਤੁਸੀਂ ਲਿਖਦਾ ਬਹੁਤ ਵਧੀਆ ਹੋ। ਮੇਰੇ ਉਦੋਂ ਆਰਟੀਕਲ ਅਜੀਤ, ਸਪੋਕਸਮੈਨ, ਟ੍ਰਿਬਿਊਨ, ਇਹਨਾਂ ਸਾਰੇ ਅਖਬਾਰਾਂ 'ਚ ਮੇਰੇ ਬਹੁਤ ਆਰਟੀਕਲ ਉਦੋਂ ਛਪਦੇ ਰਹੇ ਆ। ਅਤੇ ਕਹਿੰਦੇ ਵੀ ਤੁਸੀਂ ਲਿਖਦਾ ਹੀ ਬਹੁਤ ਵਧੀਆ, ਅਸੀਂ ਤੁਹਾਨੂੰ ਮੀਡੀਆ ਦਾ ਆਪਣਾ ਹੈੱਡ ਲਾਉਂਦੇ ਹਾਂ ਅਤੇ ਅਸੀਂ ₹1,00,000 ਮਹੀਨਾ ਤਾਂ ਨਹੀਂ ਦੇ ਸਕਦੇ, ₹50,000 ਦੇ ਦਿਆਂਗੇ। ਠੀਕ ਹੈ। ਮੈਂ ਕਿਹਾ ਜੀ ਚਲੋ ਠੀਕ ਹੈ। ਅਤੇ ਕਹਿੰਦੇ ਅਸੀਂ ਫਿਰ ਐਡ ਕੱਢਾਂਗੇ, ਪ੍ਰੋਪਰ ਤੁਹਾਨੂੰ ਅਸੀਂ ਰੱਖਾਂਗੇ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ। 2-4 ਦਿਨਾਂ ਦੇ ਵਿੱਚ ਅਸੀਂ ਐਡ ਜਿਹੜੀ ਆ ਉਹ ਲਾ ਦੇਣੀ ਆ। ਫਿਰ ਮੈਨੂੰ ਪੁੱਛਿਆ ਤੁਹਾਡੀ ਵਾਈਫ ਕੀ ਕਰਦੀ ਹੈ? ਮੈਂ ਜੀ ਗ੍ਰੈਜੂਏਟ ਹੈ। ਬਾਇਓਡਾਟਾ? ਮੈਂ ਹਾਂਜੀ। ਕਹਿੰਦੇ ਇਹਨਾਂ ਨੂੰ ਅਸੀਂ 30,000 ਦੇ ਦਿਆਂਗੇ, ₹70,000 ਤੁਹਾਡਾ ਹੋ ਜਾਏਗਾ, ₹80,000। ਅਤੇ ਠੀਕ ਹੈ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਨਾਲੇ ਗੁਰੂ ਘਰ 'ਚ ਰਹੋਗੇ ਤੁਸੀਂ। ਚਲੋ, ਮੈਂ ਇੰਨੀ ਗੱਲਾਂ ਹੋਈਆਂ, ਮੈਂ ਵਾਪਸ ਆ ਗਿਆ। ਗੁੜਗਾਉਂ ਹੀ ਵਾਪਸ ਆਉਣਾ ਸੀ ਕਿਉਂਕਿ ਸਮਾਨ ਉੱਥੇ ਹੀ ਸ਼ਿਫਟ ਕਰਨਾ ਸੀ ਜਿੱਥੇ ਜੋਬ ਮਿਲਣੀ ਸੀ ਨਵੀਂ। ਅਤੇ ਮਗਰ ਮੈਂ ਇੱਥੋਂ ਅਜੀਤ ਅਖਬਾਰ ਲਵਾ ਲਿਆ, ਟ੍ਰਿਬਿਊਨ ਅਖਬਾਰ ਗੁੜਗਾਉਂ ਲਵਾ ਲਿਆ। 15-20 ਦਿਨ 25 ਦਿਨ ਲੰਘ ਗਏ। ਮੈਂ ਦੇਖਦਾ ਰਿਹਾ ਵੀ ਕੋਈ ਐਡ ਅੱਜ ਆਉਂਦੀ ਹੈ, ਕੱਲ੍ਹ ਆਉਂਦੀ ਹੈ, ਪਰਸੋਂ ਆਉਂਦੀ ਹੈ, ਪਰ ਕੋਈ ਐਡ ਨਹੀਂ। ਦੁਬਾਰਾ ਫੋਨ 'ਤੇ ਗੱਲ ਕੀਤੀ, ਉਦੋਂ ਇਹਨਾਂ ਦੇ ਨਾਲ ਸਾਡੇ ਬੈਂਸ ਬ੍ਰਦਰ ਅਕਾਲੀ ਦਲ 'ਚ ਹੀ ਹੁੰਦੇ ਸੀ, ਉਹਨਾਂ ਨਾਲ ਮੇਰੀ ਗੱਲ ਹੋਈ। ਉਹ ਕਹਿੰਦੇ ਵੀ ਤੁਸੀਂ ਆ ਜਾਓ ਇੱਥੇ, ਆਪਾਂ ਗੱਲ ਕਰਦੇ ਹਾਂ। ਫਿਰ ਮੈਂ 20-25 ਦਿਨਾਂ ਬਾਅਦ ਦੁਬਾਰਾ ਫਿਰ ਮੱਕੜ ਸਾਹਿਬ ਦੇ ਘਰ ਗਿਆ। ਉਹਨਾਂ ਨੇ ਜਾਂਦੇ ਨੂੰ ਫਿਰ ਉਵੇਂ ਹੀ ਕਿਹਾ ਵੀ ਵੀ ਨੌਜਵਾਨ ਨੇ ਬਹੁਤ ਅੱਛਾ ਕੰਮ ਕੀਤਾ, ਸ਼ਾਬਾਸ਼ ਬੇਟਾ। ਅਤੇ ਮੈਨੂੰ ਕਹਿੰਦੇ ਵੀ ਬਾਇਓਡਾਟਾ ਲੈ ਕੇ ਆਇਆ? ਮੈਂ ਕਿਹਾ ਹਾਂਜੀ ਲੈ ਕੇ ਆਇਆ। ਮੈਂ ਦਿੱਤਾ ਅਤੇ ਮੈਨੂੰ ਕਹਿਣ ਲੱਗੇ ਵੀ ਬਾਇਓਡਾਟਾ ਦੇਖ ਕੇ ਵੀ ਅਸੀਂ ਤੁਹਾਨੂੰ ਨਾ ਅੰਮ੍ਰਿਤਸਰ ਨਹੀਂ, ਅਸੀਂ ਚਾਹੁੰਦੇ ਹਾਂ ਵੀ ਤੁਸੀਂ ਘਰ ਦੇ ਘਰ 'ਚ ਰਹਿ ਜਾਓ, ਵੀ ਤੁਹਾਨੂੰ ਅਸੀਂ ਲੁਧਿਆਣੇ GNE ਕਾਲਜ ਦੇ ਵਿੱਚ ਜੋਬ ਦਿਆਂਗੇ। ਮੈਂ ਕਿਹਾ ਜੀ ਠੀਕ ਹੈ। ਮੈਂ ਜੀ ਦੱਸੋ ਕਿੱਥੇ? ਕਹਿੰਦੇ ਇੱਥੇ ਇੱਕ ਸੈਕਟਰੀ ਦੀ ਪੋਸਟ ਹੁੰਦੀ ਹੈ, ਅਸੀਂ ਉਹ ਤੁਹਾਨੂੰ ਸੈਕਟਰੀ ਦੀ ਪੋਸਟ ਦੇ ਦਿਆਂਗੇ। ਮੈਂ ਠੀਕ ਹੈ ਜੀ। ਕਹਿੰਦੇ ਤਨਖਾਹ ਥੋੜ੍ਹੀ ਘੱਟ ਮਿਲੇਗੀ। ਮੈਂ ਜੀ ਦੱਸੋ? ਕਹਿੰਦੇ ₹30,000 ਦਿਆਂਗੇ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ₹30,000 ਦੇ ਦਿਓ। ਕਹਿੰਦੇ ਵਾਈਫ ਤੁਹਾਡਾ ਕਿੰਨਾ ਪੜ੍ਹੀ ਹੈ? ਮੈਂ ਗ੍ਰੈਜੂਏਟ ਹੈ। ਚਲੋ ਕਹਿੰਦੇ 20,000 ਉਹਨੂੰ ਦੇ ਦਿਆਂਗੇ। ਚਲੋ ਗੱਲ ਹੋ ਗਈ ਹੋਈ। ਫਿਰ ਕਹਿੰਦੇ ਅਸੀਂ ਪੱਕਾ ਕੰਮ ਕਰਾਂਗੇ, ਐਡਵਰਟਾਈਜ਼ਮੈਂਟ ਕੱਢਾਂਗੇ ਅਤੇ ਉਹਦੇ ਵਿੱਚ ਤੁਹਾਡਾ ਬਾਇਓਡਾਟਾ ਆ ਹੀ ਗਿਆ, ਆਪਾਂ ਇੱਕ ਇੰਟਰਵਿਊ ਕਾਲ ਕਰਾਂਗੇ ਅਤੇ ਤੁਹਾਨੂੰ ਅਪੁਆਇੰਟਮੈਂਟ ਲੈਟਰ ਪੱਕਾ ਦਿਆਂਗੇ। ਠੀਕ ਹੈ ਜੀ। ਮੈਂ ਕਿਹਾ ਜੀ ਇਸ ਗੱਲ ਨੂੰ ਵੀ ਫਿਰ ਮੈਂ ਵਾਪਸ ਗੁੜਗਾਉਂ ਚਲਾ ਗਿਆ। ਮਗਰ 10-15 ਦਿਨਾਂ ਬਾਅਦ ਜਦੋਂ ਕੋਈ ਐਡਵਰਟਾਈਜ਼ਮੈਂਟ ਨਹੀਂ ਆਈ, ਮੇਰੇ ਫਾਦਰ ਸਾਹਿਬ ਕਹਿੰਦੇ ਵੀ ਭਾਈ ਤੂੰ ਵਾਪਸ ਆ ਜਾ, ਇੱਥੇ ਵੀ ਦੇ ਰਿਹਾ, ਤੈਨੂੰ ਥ੍ਰੈਟ ਵੀ ਆ ਰਹੀ ਹੈ। ਮੈਨੂੰ ਥ੍ਰੈਟ ਵੀ ਆ ਰਹੀ ਸੀ ਵੀ ਤੈਨੂੰ ਥ੍ਰੈਟ ਵੀ ਆ ਰਹੀ ਹੈ, ਘਰ ਦੇ ਵਿੱਚ ਚੋਰੀ ਹੋ ਗਈ ਹੈ, ਵੀ ਤੂੰ ਬੱਚਿਆਂ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਘਰੇ ਆ। ਠੀਕ ਹੈ। ਮੈਂ ਘਰੇ ਆ ਗਿਆ।
ਤੇ ਮੁੜ ਕੇ 15-20 ਦਿਨਾਂ ਬਾਅਦ ਅਸੀਂ ਫਿਰ ਮੱਕੜ ਸਾਹਿਬ ਨੂੰ ਮਿਲਣ ਗਏ। ਉਹ ਫਿਰ ਉਦੋਂ ਉਹਨਾਂ ਨੂੰ ਸਕੂਲ 'ਚ ਮਿਲੇ ਸੀ, ਮੈਨੂੰ ਯਾਦ ਹੈ। ਤੇ ਫਿਰ ਉਹਨਾਂ ਨੇ ਫਿਰ ਮੇਰਾ ਬਾਇਓਡਾਟਾ ਲਿਆ। ਫਿਰ ਕਹਿੰਦੇ ਵੀ ਕੰਮ ਤਾਂ ਬਹੁਤ ਵਧੀਆ ਕੀਤਾ ਸਿੱਖਾਂ ਲਈ, ਕੰਮ ਤੂੰ ਅੱਜ ਵੀ ਲੜ ਰਿਹਾ, ਅਤੇ ਥੋੜ੍ਹੀ ਜਿਹੀ ਅਸੀਂ ਤੁਹਾਨੂੰ ਸੈਲਰੀ ਥੋੜ੍ਹੀ ਘੱਟ ਦਿਆਂਗੇ। ਮੈਂ ਕਿਹਾ ਜੀ ਦੱਸੋ? ਕਹਿੰਦੇ ਅਸੀਂ ਤੁਹਾਨੂੰ ਨਾ ਰਜਿਸਟਰਾਰ ਦੀ ਪੋਸਟ ਦਿਆਂਗੇ ਅਤੇ ਸੈਲਰੀ ਤੁਹਾਨੂੰ ਅਸੀਂ 10,000 ਰੁਪਈਆ ਸੈਲਰੀ ਦਿਆਂਗੇ। ਮੈਂ ਕਿਹਾ ਜੀ ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਦੱਸੋ? ਕਹਿੰਦੇ ਵਾਈਫ ਕਿੰਨਾ ਪੜ੍ਹੀ ਹੈ? ਮੈਂ ਗ੍ਰੈਜੂਏਟ ਆ। ਕਹਿੰਦੇ 5,000 ਉਹਨੂੰ ਦੇ ਦਿਆਂਗੇ। ਮੈਂ ਠੀਕ ਹੈ ਜੀ। ਅਤੇ ਫਿਰ ਉਹੀ ਗੱਲ ਵੀ ਅਸੀਂ ਐਡਵਰਟਾਈਜ਼ਮੈਂਟ ਕੱਢਾਂਗੇ ਅਤੇ ਉਹਦੇ ਵਿੱਚ ਤੁਹਾਡੀ ਬਾਇਓਡਾਟਾ ਆ ਹੀ ਗਿਆ। 2-3 ਦਿਨਾਂ ਬਾਅਦ ਅਸੀਂ ਇਹ ਸਾਰਾ ਪ੍ਰੋਸੈਸ ਪੂਰਾ ਕਰ ਦੇਣਾ, ਅਸੀਂ ਆਪਾਂ ਕਰ ਲਿਆਂਗੇ। 80,000 ਤੋਂ 15,000 ਤੇ 15,000। ਫਿਰ ਉਸ ਤੋਂ ਬਾਅਦ ਫਿਰ ਮਹੀਨਾ 2 ਮਹੀਨੇ ਕੁਛ ਨਹੀਂ ਹੋਇਆ। ਫਿਰ ਮੈਨੂੰ ਇੱਕ ਸਾਡੇ ਕੌਂਸਲਰ ਹੈ ਸੋਖੀ, ਜਗਵੀਰ ਸਿੰਘ ਸੋਖੀ, ਫਿਰ ਉਹ ਲੈ ਕੇ ਗਿਆ। ਉਹ ਕਹਿੰਦੇ ਵੀ ਆਓ ਯਾਰ ਆਪਾਂ ਪ੍ਰਧਾਨ ਜੀ ਕੋਲ ਚੱਲੀਏ। ਅਤੇ ਪ੍ਰਧਾਨ ਜੀ ਕੋਲ ਗਏ ਅਸੀਂ। ਫਿਰ ਉਹ ਕਹਿੰਦੇ ਵੀ ਇਹ ਆ ਵੀ ਤੁਸੀਂ ਵੱਡੀਆਂ ਵੱਡੀਆਂ ਕੰਪਨੀਆਂ 'ਚ ਕੰਮ ਕੀਤਾ, ਵੀ ਅਸੀਂ ਚਾਹੁੰਦੇ ਹਾਂ ਵੀ ਤੁਹਾਡੇ ਤੋਂ ਸੇਵਾ ਦਾ ਕੰਮ ਕਰਾਇਆ ਜਾਵੇ। ਨਹੀਂ ਦੱਸੋ? ਕਹਿੰਦੇ ਅਸੀਂ ਤੁਹਾਨੂੰ ਜਿਹੜਾ ਪਲੇਸਮੈਂਟ ਸੈੱਲ ਹੈ, ਇੱਕ ਨਵਾਂ ਡਿਪਾਰਟਮੈਂਟ ਬਣਾ ਦਿੰਦਾ GNE ਦੇ ਵਿੱਚ, ਤੁਹਾਨੂੰ ਪਲੇਸਮੈਂਟ ਸੈੱਲ ਦਾ ਹੈੱਡ ਬਣਾ ਦਿੰਦੇ ਹਾਂ, ਉਹ ਇੱਕ ਪੋਸਟ ਕ੍ਰੀਏਟ ਕਰ ਦਿੰਦੇ ਹਾਂ। ਮੈਂ ਠੀਕ ਹੈ ਜੀ। ਸੈਲਰੀ ਥੋੜ੍ਹੀ ਘੱਟ ਦਿਆਂਗੇ। ਮੈਨੂੰ ਦੱਸੋ ਜੀ? ਕਹਿੰਦੇ 5,000 ਰੁਪਈਆ ਦਿਆਂਗੇ। ਵਾਈਫ ਦਾ ਪੁੱਛਿਆ ਨਹੀਂ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਸੇਵਾ ਕਰ ਲਾਂਗੇ। ਅਤੇ ਉਹ ਵੀ ਜਾਣੀ ਉਹਨਾਂ ਨੇ ਉਸ ਚੀਜ਼ ਨੂੰ ਵੀ ਡਿਨਾਈ ਕਰ ਦਿੱਤਾ। ਐਂਡ ਆਫ ਦੀ ਡੇ ਜੇ ਆਪਾਂ ਇਹਦਾ ਰਿਜ਼ਲਟ ਕੱਢੀਏ ਅਤੇ ਉਹ ਵੀ ਉਹਨਾਂ ਨੇ ਨਹੀਂ ਦਿੱਤੀ, ਲਾਰੇ ਹੀ ਮਿਲੇ। ਅਤੇ ਮੈਨੂੰ ਤਾਂ ਕਈ ਵਾਰ ਇਉਂ ਲੱਗਦਾ ਹੈ ਕਿ ਸ਼ਾਇਦ ਪਹਿਲਾਂ ਉਹ ਦੇਣ ਲਈ ਰਾਜ਼ੀ ਸੀ, ਪਰ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਹ ਨੀਵੀਂ ਜਾਤ ਦੇ ਨੇ, ਹੈ ਨਾ, ਵੀ ਇਹ SC ਜੇ ਪਰਿਵਾਰਾਂ ਦੇ ਉੱਠ ਕੇ ਇਹਨੂੰ ਅਸੀਂ ਕਿੱਥੇ ਨੌਕਰੀ ਦੇਣੀ ਹੈ, ਕਿਉਂਕਿ ਕ੍ਰਿਟੀਸਾਈਜ਼ ਬਹੁਤ ਵੱਡਾ ਹੈ। ਅੱਜ ਤੁਸੀਂ SGPC ਦੇ ਜਿੰਨੇ ਵੀ ਗੁਰਦੁਆਰੇ ਨੇ, ਉਹਨਾਂ ਗੁਰਦੁਆਰਿਆਂ ਦੇ ਵਿੱਚ ਜਿੰਨੇ ਵੀ ਮੈਨੇਜਰ ਕੰਮ ਕਰਦੇ ਨੇ, ਜੇ ਉਹਨਾਂ ਨੂੰ ਤੁਸੀਂ ਕਾਸਟ ਵਾਈਜ਼ ਕਰੋ, ਡੈਫਰੀਸ਼ੀਏਟ ਕਰੋ। ਮੈਂ ਕਰਿਆ 2018 ਆਪਣਾ 2020 ਦੇ ਵਿੱਚ, ਮੇਰੇ ਕੋਲ ਇੱਕ ਡਿਟੇਲ ਹੈ, ਔਰ ਸਿਰਫ 3 ਮੈਨੂੰ SC ਸਮਾਜ ਦੇ ਵਿੱਚੋਂ ਮੈਨੇਜਰ ਮਿਲੇ ਨੇ ਜਿੰਨੇ ਵੀ SGPC ਦੇ ਗੁਰਦੁਆਰੇ ਨੇ। ਬਾਕੀ ਸਾਰੇ ਜਿਹੜੇ ਹੈਗੇ ਆ ਉਹ ਅਪਰ ਕਾਸਟ ਇਹਨਾਂ ਨੇ ਰੱਖੇ ਹੋਏ ਨੇ 100%। ਜਾਣੀ ਕਿ ਮੰਨ ਲਈਏ ਕਿ ਕਹਿਣ ਨੂੰ ਕੁਝ ਹੋਰ ਤੇ ਦਿਖਾਉਣ ਨੂੰ ਕੁਝ ਹੋਰ, ਉਹੀ ਗੱਲ ਬਾਬੇ ਨਾਨਕ ਦੇ ਫਲਸਫੇ ਤੋਂ ਦੂਰ ਹੀ ਹੈ। ਮੈਂ ਤਾਂ ਇਹ ਕਹਿਣਾ ਕਿ ਇਹ ਚੀਜ਼ ਦਾ ਇਹਨਾਂ ਨੂੰ ਜਿਹੜਾ ਹੈਗਾ ਸੋਸ਼ਲ ਆਡਿਟ ਕਰਾ ਲੈਣਾ ਚਾਹੀਦਾ। ਸੋਸ਼ਲ ਆਡਿਟ ਕਰਾ ਲੈਣ ਜੇ ਮੇਰੀ ਕਿਸੇ ਗੱਲ 'ਚ ਕਮੀ ਹੈ। ਮੇਰੇ ਕੋਲ ਤਾਂ ਇੱਕ ਮੈਨੇਜਰ ਦੀ ਡਿਟੇਲ ਹੈ, ਕਿਉਂਕਿ ਜਦੋਂ ਮੈਂ ਨਾ ਸਰਵੇ ਕਰ ਰਿਹਾ ਸੀ, ਮੇਰਾ ਉਹ ਆਰਟੀਕਲ ਵੀ ਲੱਗਿਆ ਸੀ ਸਪੋਕਸਮੈਨ ਦੇ ਵਿੱਚ। ਮੈਂ ਪਤਾ ਕਿੱਦਾਂ ਸਰਵੇ ਕੀਤਾ? ਮੈਂ ਮੈਨੇਜਰ ਸਾਹਿਬ ਨੂੰ ਫ਼ੋਨ ਕੀਤਾ, ਫ਼ੋਨ ਕਰਕੇ ਮੈਂ ਪੁੱਛਿਆ ਕਿ ਮੈਨੇਜਰ ਸਾਹਿਬ ਤੁਸੀਂ ਆਪਦੇ ਨਾਮ ਦੇ ਨਾਲ ਬੜਾ ਵੱਡਾ ਜਿਹੜਾ ਹੈਗਾ ਗੋਤ ਲਾਇਆ, ਬਰਾੜ ਲਾਇਆ, ਵੀ ਕੀ ਤੁਸੀਂ ਕਈ ਵਾਰ ਦਲਿਤ ਵੀ ਲਾ ਲੈਂਦੇ ਆ? ਇੱਦਾਂ ਪੁੱਛਿਆ ਮੈਂ ਵੀ ਕਈ ਵਾਰ ਦਲਿਤ ਵੀ ਲਾ ਲੈਂਦੇ ਆ, ਤੁਸੀਂ ਕਿਤੇ ਦਲਿਤ ਤਾਂ ਨਹੀਂ? ਉਹ ਨਹੀਂ ਜੱਟ ਹੁੰਦੇ ਆ। ਠੀਕ ਹੈ। ਜੇ ਕਿਸੇ ਨੇ ਨਹੀਂ ਸੀ ਲਾਇਆ, ਵੀ ਉਹਨਾਂ ਨੂੰ ਪੁੱਛਿਆ ਵੀ ਯਾਰ ਕੀ ਗੱਲ ਤੁਸੀਂ ਗੋਤ ਨਹੀਂ ਲਾਇਆ, ਤੁਸੀਂ SC ਤਾਂ ਨਹੀਂ? ਉਹ ਕਹਿੰਦਾ ਵੀ ਨਹੀਂ ਹੁੰਦੇ ਤਾਂ ਅਸੀਂ ਜੱਟ ਹੀ ਹਾਂ, ਅਸੀਂ ਵੈਸੇ ਜਾਣ ਕੇ ਨਹੀਂ ਲਾਇਆ। ਮੈਨੂੰ ਸਿਰਫ ਇੱਕ ਬੰਦਾ ਮਿਲਿਆ, ਇੱਕ ਬੰਦਾ, ਮੈਂ ਉਹਦੀ ਤਾਰੀਫ ਕਰੂੰਗਾ, ਉਹਨੇ ਮੈਨੂੰ ਗਾਲਾਂ ਕੱਢੀਆਂ। ਕਹਿੰਦਾ ਤੂੰ ਪੁੱਛਣਾ ਕੌਣ ਆ ਸਾਨੂੰ ਜਾਤ ਪੁੱਛਣ ਵਾਲਾ? ਪੂਰੇ ਮੈਨੇਜਰਾਂ ਦੇ ਵਿੱਚੋਂ ਸਿਰਫ ਇੱਕ ਬੰਦਾ, ਔਰ ਮੈਂ ਉਹਨੂੰ ਸਲਾਮ ਕੀਤਾ ਚੁੱਕ ਕੇ। ਨਹੀਂ ਮੈਨੂੰ ਕਿਸੇ ਮੈਨੇਜਰ 'ਚੋਂ ਕੋਈ ਮੈਨੂੰ ਦਲਿਤ ਮਿਲਿਆ ਅਤੇ ਜਾਂ ਕੋਈ ਜੱਟ ਮਿਲਿਆ, ਵੀ ਸਿੱਖ ਨਹੀਂ ਮਿਲਿਆ, ਸਿਰਫ ਇੱਕ ਮਿਲਿਆ ਸਿੱਖ। ਔਰ ਇਹ ਸਾਡੀ ਅੱਜ ਦੀ ਤਰਾਸਦੀ ਹੈ। ਗਿਆਸਪੁਰ ਜੀ, ਜਦੋਂ ਇਹ ਫਿਰ ਨੌਕਰੀ ਦਾ ਹੀਲਾ ਇੱਧਰਲੇ ਪਾਸਿਓਂ ਲਾਰੀ ਮਿਲੇ ਤੇ ਪਰਿਵਾਰ ਨੂੰ ਤਾਂ ਪਾਲਣਾ ਸੀ ਨਾ ਕਿਸੇ ਤਰੀਕੇ। ਪਰਿਵਾਰ ਦਾ ਪਾਲਣ ਪੋਸ਼ਣ ਕਿਸ ਤਰੀਕੇ ਨਾਲ, ਫਿਰ ਆਪਣਾ ਕੰਮ ਸ਼ੁਰੂ ਕੀਤਾ ਜਾਂ ਕਿਸ ਤਰੀਕੇ ਨਾਲ ਅੱਗੇ ਚੱਲਿਆ ਕੰਮ? ਮੈਨੂੰ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਬੇਟਾ ਜਿਹੜੇ ਤੈਨੂੰ ਲੱਖ ਰੁਪਈਆ ਮਹੀਨਾ ਦਿੰਦੇ ਆ ਤੇ ਤੈਨੂੰ ਫਰੀ 'ਚ ਬਿਠਾ ਕੇ ਤਾਂ ਦਿੰਦੇ ਨਹੀਂ ਹੋਣੇ। ਤੇਰੇ ਤੋਂ ਉਹ 10 ਲੱਖ ਰੁਪਈਆ ਕਮਾਉਂਦੇ ਆ ਤਾਂ ਤੈਨੂੰ ਲੱਖ ਰੁਪਈਆ ਦਿੰਦੇ ਆ, ਆਪਣਾ ਕੰਮ ਸ਼ੁਰੂ ਕਰ। ਮੈਂ ਕੀ ਕੀਤਾ, ਟ੍ਰੇਡਿੰਗ ਸ਼ੁਰੂ ਕੀਤੀ। ਤੁਹਾਡੇ ਤੋਂ ਆਰਡਰ ਲੈ ਲਿਆ, ਆਰਡਰ ਦੇ ਤੁਹਾਡੇ ਤੋਂ 25% ਐਡਵਾਂਸ ਲਿਆ, ਇੱਧਰੋਂ ਮਟੀਰੀਅਲ ਚੱਕਿਆ, ਉਹਨਾਂ ਨੂੰ ਮਹੀਨੇ ਦੀ ਉਧਾਰੀ ਕਰਕੇ, ਸੈਕਿੰਡ ਤੋਂ ਬਣਵਾਇਆ ਮਹੀਨੇ ਦੀ ਉਧਾਰੀ ਕਰਕੇ, ਥਰਡ ਤੋਂ ਪ੍ਰੋਸੈਸ ਕਰਾਇਆ ਮਹੀਨੇ ਦੀ ਉਧਾਰੀ ਕਰਕੇ, ਜਦੋਂ ਡਿਲੀਵਰੀ ਦਿੱਤੀ ਫਿਰ ਪੇਮੈਂਟ ਆ ਗਈ। ਮੇਰੇ ਕੋਲ 100% ਪੇਮੈਂਟ ਆ ਗਈ, ਮੈਂ ਦਿੱਤਾ ਹਜੇ ਕਿਸੇ ਨੂੰ ਨਹੀਂ। 20 ਦਿਨਾਂ 'ਚ ਸਾਈਕਲ ਘੁਮਾ ਲਿਆ, 15 ਦਿਨਾਂ 'ਚ।
ਤੇ ਫਿਰ ਇੱਕ ਆਰਡਰ ਹੋਰ ਫੜ ਲਿਆ, ਪਿੱਛੇ ਵਾਲੇ ਥੋੜ੍ਹੇ ਜਿਹੇ ਦੇਤੇ, ਔਰ ਪ੍ਰਮਾਤਮਾ ਨੇ ਇੱਦਾਂ ਕਰ ਕਰਕੇ ਮੇਰੀ ਫੈਕਟਰੀ ਬਣਾਈ ਭਗਤ ਇੰਟਰਨੈਸ਼ਨਲ। ਮੇਰੇ ਕੋਲ ਜਾਪਾਨ ਦੀਆਂ 5 ਮਸ਼ੀਨਾਂ ਲੱਗੀਆਂ ਹੋਈਆਂ। ਇਹ ਉਸ ਪ੍ਰਮਾਤਮਾ ਦੀ ਕਿਰਪਾ, ਕਿਉਂਕਿ ਜੇ ਤੁਸੀਂ ਸੱਚੇ ਮਨ ਨਾਲ ਕੰਮ ਕਰਦੇ ਹੋ ਤਾਂ ਉਹਦੇ ਵਿੱਚ ਪ੍ਰਮਾਤਮਾ ਤੁਹਾਨੂੰ ਬਰਕਤਾਂ ਹੀ ਬਰਕਤਾਂ ਪਾਉਂਦਾ ਹੈ। ਪਰ ਹਾਂ, ਇਸ ਸੰਘਰਸ਼ ਦੇ ਨਾਲ ਨਾਲ ਜਦੋਂ ਮੈਂ ਇਹ ਸੰਘਰਸ਼ ਕਰ ਰਿਹਾ ਸੀ, ਜਦੋਂ ਮੈਨੂੰ ਅਕਾਲੀ ਦਲ ਵੱਲੋਂ 100% ਇਸ ਵੱਲੋਂ, ਕਿਉਂਕਿ ਅਕਾਲੀ ਦਲ ਦੀ ਹੀ ਬੀ ਟੀਮ ਹੈ, ਜੇ ਆਪਾਂ SGPC ਕਹਿ ਲਈਏ, ਇਹਨਾਂ ਵੱਲੋਂ ਰੋਕ ਦਿੱਤਾ ਗਿਆ ਵੀ ਇਹਨੂੰ ਕੁਛ ਨਹੀਂ ਦੇਣਾ। ਇਹਨਾਂ ਵੱਲੋਂ ਰੋਕ ਦਿੱਤਾ ਗਿਆ। ਅਕਾਲੀ ਦਲ ਦੀ ਸਰਕਾਰ ਸੀ ਅਤੇ ਇਹਨਾਂ ਵੱਲੋਂ ਮੈਨੂੰ ਦੇਸ਼ ਧਰੋਹੀ ਕਹਿ ਕੇ ਪਰਚਾ ਪਾ ਕੇ ਮੈਨੂੰ ਜੇਲ੍ਹ 'ਚ ਸੁੱਟਣਾ ਸ਼ੁਰੂ ਕਰ ਦਿੱਤਾ। ਜਾਣੀ ਕਿ ਪਰਚੇ ਪਾਉਣੇ ਸ਼ੁਰੂ ਕਰ ਦਿੱਤੇ। ਪਰਚੇ ਪਾਉਣੇ ਅਕਾਲੀ ਦਲ ਨੇ ਸ਼ੁਰੂ ਕਰ, ਅਕਾਲੀ ਦਲ ਦੀ ਸਰਕਾਰ ਨੇ 2014। ਨਹੀਂ, ਦੇਸ਼ ਧਰੋਹ ਦਾ ਪਰਚਾ ਕਿਸ ਤਰੀਕੇ ਨਾਲ ਪਿਆ? ਆਪਣੇ ਤੁਸੀਂ ਸਿੱਖਾਂ ਦੀ ਆਵਾਜ਼ ਚੁੱਕਦੇ ਹੋ, ਗੱਲ ਕਰਦੇ ਹੋ ਸਿੱਖਾਂ ਦੀ, ਕਿਉਂਕਿ ਮੇਰੇ ਆਰਟੀਕਲ ਆਉਂਦੇ ਸੀ ਲਗਾਤਾਰ, ਮੇਰੇ ਜਿਹੜੇ ਹੈਗੇ ਆ 84 ਕਤਲੇਆਮ ਦੀ ਮੈਂ ਲਗਾਤਾਰ ਗੱਲ ਚੱਕਦਾ ਸੀ। ਦੇਸ਼ ਧਰੋਹ ਕਿੱਦਾਂ ਫਿਰ? ਇਹ ਸਰਕਾਰ ਜਾਣਦੀ ਹੈ। ਉਹ ਪਰਚਿਆਂ ਦਾ ਕੀ ਬਣਿਆ ਬਾਅਦ ਵਿੱਚ? ਪਰਚਿਆਂ ਦਾ, ਸਾਰੇ ਪਰਚਿਆਂ ਦੇ ਵਿੱਚੋਂ ਮੈਂ ਬਰੀ ਹੋਇਆ। ਮੈਂ ਘੱਟੋ ਘੱਟ 6 ਵਾਰ ਜੇਲ੍ਹ ਗਿਆ, 10 ਵਾਰ, 10 ਦਿਨ, 20 ਦਿਨ, 2 ਮਹੀਨੇ, 6 ਵਾਰ ਮੈਂ ਜੇਲ੍ਹ ਦੇ ਵਿੱਚ ਗਿਆ। ਔਰ ਲਗਾਤਾਰ ਮੇਰਾ ਜੇਲ੍ਹ ਜਾਣ ਦਾ ਸਿਲਸਿਲਾ ਜਾਰੀ ਸੀ, ਲਗਾਤਾਰ 2019 ਤੱਕ। ਅਕਾਲੀ ਦਲ ਦੀ ਸਰਕਾਰ ਆ ਗਈ, ਉਹਨਾਂ ਨੇ ਭੇਜਿਆ। ਫਿਰ ਕਾਂਗਰਸ ਦੀ ਸਰਕਾਰ ਆ ਗਈ, ਉਹਨਾਂ ਨੇ ਜੇਲ੍ਹਾਂ ਦੇ ਨਾਲ ਨਾਲ ਮੇਰਾ ਬਿਜ਼ਨਸ ਸੀ ਉਹਨੂੰ ਡਾਊਨ ਕਰਨਾ ਸ਼ੁਰੂ ਕਰ ਦਿੱਤਾ ਵੀ ਇਹਨੂੰ ਕਿਵੇਂ ਕਰੀਏ। ਜਾਣੀ ਕਿ ਹੋਂਦ ਚਿੱਲੜ ਦੀ ਲੜਾਈ ਲੜਨੀ ਇਸ ਕਦਰ ਪਈ ਕਿ ਪਰਚੇ ਵੀ ਹੋਏ, ਪਰਚੇ ਵੀ, ਨਿੱਜੀ ਤੌਰ ਤੇ ਵੀ ਨੁਕਸਾਨ ਸਾਨੂੰ ਕਰੇ ਸਰਕਾਰਾਂ ਨੇ। ਇਹ ਸਾਰਾ ਸਮਾਂ ਸਾਰਾ ਕੁਝ ਚੱਲ ਰਿਹਾ ਸੀ, ਨਾਲ ਦੀ ਨਾਲ ਹੋਂਦ ਚਿੱਲੜ ਦੀ ਲੜਾਈ ਵੀ ਚੱਲ ਰਹੀ ਸੀ, ਹੋਂਦ ਚਿੱਲੜ ਦੀ ਲੜਾਈ ਵੀ ਚੱਲ ਰਹੀ ਸੀ। ਤੁਸੀਂ ਇਹ ਦੇਖੋ ਕਿ ਸਾਡੀਆਂ ਉੱਥੇ 3 ਕੇਸ ਚੱਲਦੇ ਸੀ। ਇੱਕ ਹੋਂਦ ਚਿੱਲੜ ਦੇ ਜਿੱਥੇ 32 ਸਿੱਖਾਂ ਦਾ ਕਤਲੇਆਮ ਹੋਇਆ, ਇੱਕ ਗੁੜਗਾਉਂ ਦਾ ਜਿੱਥੇ 30 ਸਿੱਖਾਂ ਦਾ ਕਤਲੇਆਮ ਹੋਇਆ, ਇੱਕ ਪਟੌਦੀ ਦਾ ਜਿੱਥੇ 17 ਸਿੱਖਾਂ ਦਾ ਕਤਲੇਆਮ ਹੋਇਆ। ਟੋਟਲ ਥੋੜ੍ਹੇ ਜਿਹੇ ਏਰੀਏ 'ਚ 79 ਸਿੱਖਾਂ ਦਾ ਕਤਲੇਆਮ ਹੋਇਆ। ਇਹਦੇ ਲਈ ਸਾਰੀ ਸਾਡੀ ਜਿਹੜੀ ਸੁਣਵਾਈ ਸੀ, ਜਸਟਿਸ TP ਗਰਗ ਕਮਿਸ਼ਨ ਬਣਿਆ ਸੀ ਹਿਸਾਰ ਦੇ ਵਿੱਚ। ਮਹੀਨੇ ਦੇ ਵਿੱਚ ਸਾਡੀਆਂ 2 ਤੋਂ 3 ਤਰੀਕਾਂ ਪੈਂਦੀਆਂ ਸੀ। ਸੋਚ ਕੇ ਦੇਖੋ ਕਿ ਇੱਕ ਬੰਦਾ ਜਿਹੜਾ ਜੇਲ੍ਹਾਂ 'ਚ ਵੀ ਜਾ ਰਿਹਾ, ਜਿਹੜਾ ਉਹ ਪੰਥ ਦੇ ਨਾਂ 'ਤੇ ਵੋਟਾਂ ਮੰਗਣ ਵਾਲੇ ਲੋਕ ਸੀ, ਉਹਨਾਂ ਦੀ ਕਰਕੇ ਜੇਲ੍ਹਾਂ 'ਚ ਵੀ ਜਾ ਰਿਹਾ, ਔਰ ਉਹੀ ਪੰਥ ਦੇ ਲਈ ਉਹ ਹਿਸਾਰ ਦੇ ਵਿੱਚ, ਇੱਥੋਂ ਤੁਸੀਂ ਲੁਧਿਆਣੇ ਤੋਂ ਦੇਖੋ 250-300 ਕਿਲੋਮੀਟਰ ਬਣਦਾ, ਮਹੀਨੇ ਦੇ ਵਿੱਚ 2 ਵਾਰ ਜਾਂ 3 ਵਾਰ ਜਾਣਾ, ਆਪਣੀ ਗੱਡੀ 'ਚ ਜਾਣਾ, ਉੱਥੇ ਗਵਾਹਾਂ ਨੂੰ ਲੈ ਕੇ ਜਾਣਾ, ਉੱਥੇ ਵਕੀਲਾਂ ਨੂੰ ਲੈ ਕੇ ਜਾਣਾ, ਉੱਥੇ ਜ਼ਿਰਾ ਕਰਨੀ। ਅਸੀਂ ਉੱਥੇ ਜਾ ਕੇ ਜੱਜ ਸਾਹਿਬ ਨੂੰ ਵੀ ਉਸ ਪਿੰਡ ਦੇ ਵਿੱਚ ਲੈ ਕੇ ਗਏ, ਕਿਉਂਕਿ ਜੇ ਇਹ ਕੇਸ ਲੜਿਆ ਤਾਂ ਸਾਡੇ ਸਾਹਮਣੇ ਤੱਥ ਨਿਕਲ ਕੇ ਆਏ। ਇਹ ਜਿਹੜਾ, ਕਿਉਂਕਿ ਸਾਰਾ ਕੁਝ ਮਲੀਆ ਮਿਟ ਕਰ ਦਿੱਤਾ ਗਿਆ ਸੀ, ਤੁਸੀਂ ਦੱਸ ਰਹੇ ਹੋ ਕਿ ਸਿਰਫ 4 ਕੋਠੀਆਂ ਜਾਂ ਆਪਾਂ ਕਹੀਏ 4 ਹਵੇਲੀਆਂ ਨਜ਼ਰ ਆਉਂਦੀਆਂ ਸੀ, ਬਾਕੀ ਤਾਂ ਲੋਕਾਂ ਨੇ ਜ਼ਮੀਨ ਵੀ ਬਦਲ ਲਈ ਸੀ ਆਪਣੇ ਆਪਣੇ ਇਲਾਕੇ ਦੇ ਵਿੱਚ। ਫਿਰ ਗਵਾਹ ਕਿੱਥੋਂ ਲੱਭੇ? ਗਵਾਹ ਕਿਸ ਤਰੀਕੇ ਨਾਲ ਲੱਭੇ ਜਾਂ ਪਰਿਵਾਰਾਂ ਤੱਕ ਕਿਸ ਤਰੀਕੇ ਨਾਲ ਪਹੁੰਚ ਹੋਈ? ਇਹ ਜਦੋਂ ਅਸੀਂ ਉੱਥੇ ਹੋਂਦ ਚਿੱਲੜ ਨੂੰ ਸਾਹਮਣੇ ਲੈ ਕੇ ਆਂਦਾ ਤਾਂ ਉਦੋਂ ਸਾਡੇ ਕੋਲ, ਅਸੀਂ ਜਿਸ ਤਰੀਕੇ ਦੇ ਨਾਲ, ਇਹ ਤੁਸੀਂ ਦੇਖਿਆ ਹੋਣਾ 2011 ਦੇ ਵਿੱਚ ਮੋਸਟਲੀ ਅਖਬਾਰਾਂ ਦੇ ਵਿੱਚ, ਮੋਸਟਲੀ ਸੋਸ਼ਲ ਮੀਡੀਆ ਦੇ ਵਿੱਚ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਹੋਂਦ ਚਿੱਲੜ ਦਾ ਮੁੱਦਾ ਹੀ ਗੂੰਜਦਾ ਸੀ। ਅਤੇ ਜਿਹੜੇ ਬੱਚੇ ਖੁੱਚੇ ਪਰਿਵਾਰ ਸੀ, ਜਿਹੜੇ ਕਿ ਉਹਨਾਂ ਨੂੰ ਇਹ ਸਮਝ ਕੇ ਛੱਡ ਗਈ ਸੀ ਭੀੜ ਕਿ ਇਹ ਮਰ ਗਏ, ਅਤੇ ਉੱਥੋਂ ਜਾਨ ਬਚਾ ਕੇ ਕੋਈ ਹਿਸਾਰ ਬੈਠਾ ਸੀ, ਕੋਈ ਆਪਣੇ ਬਠਿੰਡੇ ਬੈਠਾ ਸੀ, ਕੋਈ ਆਪਣਾ ਮਹਾਰਾਸ਼ਟਰ ਬੈਠਾ ਸੀ। ਉਹ ਸਾਰੇ ਜਾਣੇ ਜਿੱਦਣ ਅਸੀਂ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ, ਉੱਥੇ ਉਹ ਸਾਰੇ ਇਕੱਠੇ ਹੋਏ ਅਤੇ ਫਿਰ ਉਹ ਸਾਰਿਆਂ ਦੀ ਅਸੀਂ ਡਿਟੇਲ ਲਈ, ਇਕੱਲੇ ਪਰਿਵਾਰ ਨੂੰ ਲੈ ਕੇ ਗਏ। ਤੁਸੀਂ ਇਹ ਦੇਖੋ ਕਿ ਇਹ ਜਿਹੜਾ ਹੋਂਦ ਚਿੱਲੜ ਦੀ ਜਿਹੜੀ ਪੂਰੀ ਕਤਲੇਆਮ ਹੈ, ਇਹ ਕਤਲੇਆਮ ਹੁੰਦਾ ਕਿਵੇਂ ਆ, ਜਿਹੜਾ ਅਸੀਂ ਔਨ ਰਿਕਾਰਡ ਲੈ ਕੇ ਆਂਦਾ ਜਸਟਿਸ TP ਗਰਗ ਕਮਿਸ਼ਨ ਦੀ ਰਿਪੋਰਟ ਦੇ ਵਿੱਚ। ਮੇਰੇ ਕੋਲ 200 ਸਫ਼ਿਆਂ ਦੀ ਰਿਪੋਰਟ ਪਈ ਹੈ, ਬਹੁਤ ਸਾਰੇ ਮੈਂ ਵਕੀਲਾਂ ਨੂੰ ਦਿਖਾਈ ਹੈ। ਉਹ ਕਹਿੰਦੇ ਵੀ ਜੇ ਇਹਨੂੰ ਤੁਸੀਂ ਬਣਾ ਕੇ ਛਾਪੋ, ਇੱਕ ਬਹੁਤ ਵੱਡਾ ਡਾਕੂਮੈਂਟ ਹੈ, ਐਵੀਡੈਂਸ ਪ੍ਰੂਫ ਹੈ ਕਿ ਸਿੱਖਾਂ ਦਾ ਕਤਲੇਆਮ ਹੋਇਆ, ਜੈਨੋਸਾਈਡ ਹੋਇਆ। ਕਿਉਂਕਿ ਇਹਦੇ ਵਿੱਚ ਗੱਲ ਕਿਹੜੀ ਸਾਹਮਣੇ ਆਈ ਸੀ, ਜਿਹੜੀ ਮੈਂ ਅਗਰ ਇਹਦੀ ਅਸੀਂ ਸ਼ਾਰਟ ਜੀ ਤੁਹਾਨੂੰ ਸਟੋਰੀ ਦੱਸੀਏ ਹੋਂਦ ਚਿੱਲੜ ਦੀ, ਕਿ ਜਦੋਂ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲੇਆਮ ਹੁੰਦਾ, ਉਸ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਜਾਂਦਾ। ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਦੀ ਕਾਰ 'ਤੇ ਹਮਲਾ ਹੁੰਦਾ, ਪਰ ਇਹ ਜਿਹੜੇ ਦੂਰ ਦਰਾਡੇ ਬੈਠੇ ਲੋਕ ਸੀਗੇ, ਇਹਨਾਂ ਦੇ ਉੱਤੇ ਜਿਹੜਾ ਹਮਲਾ, ਉਹ 2 ਨਵੰਬਰ ਦੀ ਸਵੇਰ ਨੂੰ ਇਹਨਾਂ ਦੇ ਉੱਤੇ ਹਮਲਾ ਹੁੰਦਾ। ਇਹਨਾਂ ਦੇ ਇਸ ਪਿੰਡ ਦੇ ਵਿੱਚ ਇੱਕ ਕੁੜੀ ਦਾ ਵਿਆਹ ਸੀਗਾ, ਉਸ ਵਿਆਹ ਦੀਆਂ ਪਿੰਡ ਦੇ ਵਿੱਚ ਖੁਸ਼ੀਆਂ ਚੱਲ ਰਹੀਆਂ ਸੀ ਕਿ ਭੀੜ ਨੇ ਆਲੇ ਦੁਆਲਿਓਂ ਇਸ ਪਿੰਡ ਨੂੰ ਘੇਰਾ ਪਾ ਲਿਆ, ਕਿਉਂਕਿ ਇਹ ਕਿਸਾਨੀ ਦੇ ਨਾਲ ਸੰਬੰਧਿਤ ਸੀ। ਆਲੇ ਦੁਆਲੇ ਇਹਨਾਂ ਨੇ ਤੂੜੀ ਦੇ ਕੁੱਪ ਰੱਖੇ ਹੋਏ ਸੀ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਤੂੜੀ ਦੇ ਕੁੱਪਾਂ ਨੂੰ ਅੱਗ ਲਾ ਕੇ ਉਹਨਾਂ ਨੂੰ ਜਾਲ ਦਿੱਤਾ।
ਤੇ ਜਦੋਂ ਲੋਕ ਨੇ ਦੇਖਿਆ ਕਿ ਭੀੜ ਆ ਗਈ, ਕਿਉਂਕਿ ਖਬਰਾਂ 30 ਤਰੀਕ ਦੀਆਂ ਆ ਰਹੀਆਂ ਸੀ, 31 ਤਰੀਕ ਦੀਆਂ ਖਬਰਾਂ ਆ ਰਹੀਆਂ ਸੀ ਲੋਕਾਂ ਨੂੰ ਵੀ ਇੱਦਾਂ ਸਿੱਖਾਂ ਦੇ ਨਾਲ ਕਤਲੋਗਾਰਤ ਹੋ ਰਹੀ ਹੈ, ਤੇ ਉਹਨਾਂ ਨੇ ਕਿਹਾ ਵੀ ਚੱਲ ਲੁੱਟ ਲੱਟ ਕੇ ਚਲੇ ਜਾਣਗੇ, ਸਾਰੇ ਜਾਣੇ ਆਪੋ ਆਪਣੇ ਘਰਾਂ ਦੇ ਵਿੱਚ ਵੜ ਗਏ। ਜਦੋਂ ਆਪੋ ਆਪਣੇ ਲੋਕ ਘਰਾਂ ਦੇ ਵਿੱਚ ਵੜ ਗਏ ਤੇ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਦੇ ਹੀ ਉੱਥੇ ਡੀਜ਼ਲ ਪਏ ਸੀਗੇ, ਕੋਈ ਟਰੈਕਟਰ ਵਾਲੇ ਸੀ ਲੋਕਾਂ ਦੇ, ਹਾਂ ਲੋਕਾਂ ਦੇ, ਉਹਨਾਂ ਡੀਜ਼ਲ ਨੂੰ ਕੱਢਿਆ, ਉਹਨਾਂ ਦੀਆਂ ਛੱਤਰਾਂ ਪਾੜੀਆਂ, ਅੰਦਰ ਉਹਨਾਂ ਨੇ ਪੈਟਰੋਲ ਦੇ ਨਾਲ ਅੱਗ ਲਾਈ, ਡੀਜ਼ਲ ਦੇ ਨਾਲ ਅੰਦਰ ਅੱਗ ਲਾਈ। ਜਦੋਂ ਅੰਦਰ ਅੱਗ ਲੱਗਦੀ ਸੀ ਲੋਕ ਬਾਹਰ ਭੱਜਦੇ ਸੀ, ਬਾਹਰ ਇਹ ਸੋਟੀਆਂ ਲੈ ਕੇ ਖੜ੍ਹਦੇ ਸੀ, ਸੋਟੀਆਂ ਮਾਰਦੇ ਸੀ, ਬੜੇ ਬੁਰੇ ਤਰੀਕੇ ਨਾਲ ਕੁੱਟਦੇ ਸੀ। ਇੱਕ ਇਹਨਾਂ ਦੇ 2 ਸਾਲ ਦਾ ਬੱਚਾ ਆ ਜਾਂਦਾ, ਉਹਨੂੰ ਲੱਤਾਂ ਤੋਂ ਫੜਦੇ ਆ, ਕੰਧਾਂ ਦੇ ਨਾਲ ਪਟਕਾ ਕੇ ਮਾਰਦੇ ਆ। ਔਰ ਇਸ ਕਤਲੇਆਮ ਦੇ ਵਿੱਚ ਸਾਡੇ ਕੋਲ ਇੱਦਾਂ ਦੇ ਵੀ ਗਵਾਹ ਮਿਲੇ। ਇੱਕ ਬੀਬੀ ਸੁਰਜੀਤ ਕੌਰ ਹੈ, ਉਹਦੇ 12 ਜੀ ਇਸ ਕਤਲੇਆਮ ਦੇ ਵਿੱਚ ਮਾਰੇ ਗਏ। ਗੁੱਡੀ ਦੇ ਵੀ ਹੈ, ਉਹਦੇ 6 ਜੀ ਇਸ ਕਤਲੇਆਮ ਦੇ ਵਿੱਚ ਮਾਰੇ ਗਏ। ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ। ਇਹ ਦੇਖੋ ਤੁਸੀਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਪੂਰਾ ਕਤਲੇਆਮ ਚੱਲਦਾ ਰਹਿੰਦਾ। ਔਰ ਸਿਰਫ 1.5 ਤੋਂ 2 ਕਿਲੋਮੀਟਰ ਦੀ ਦੂਰੀ ਤੇ ਥਾਣਾ ਸੀ, ਜਾਤੂਪੁਰ ਥਾਣਾ। ਜਾਤੂਪੁਰ ਥਾਣੇ ਵਾਲੇ ਨਹੀਂ ਆਏ ਉੱਥੇ। ਔਰ ਜਦੋਂ ਉਹ ਭੀੜ ਚਲੇ ਗਈ ਫਿਰ ਸ਼ਾਮ ਨੂੰ ਆਉਂਦੇ ਆ, ਸ਼ਾਮ ਨੂੰ ਆਏ ਤੇ ਜਿਹੜੇ ਸੀ ਲੋਕ ਜਿਹੜੇ ਮਾੜੇ ਮੋਟੇ ਸਹਿਕਦੇ ਸੀ ਉਹ ਬਚਾ ਕੇ ਉੱਥੋਂ ਨਿਕਲ ਗਏ। ਜਦੋਂ ਪੁਲਿਸ ਆਈ ਹੈ ਇਹਨਾਂ ਨੇ ਕੀ ਕੀਤਾ, ਕਿਸੇ ਨੂੰ ਨਹੀਂ ਦੇਖਿਆ ਕਿ ਕੋਈ ਸਹਿਕ ਰਿਹਾ, ਕਿਸੇ ਦੇ ਮਾੜੀ ਮੋਟੀ ਜਾਨ ਹੋਏਗੀ, ਨੋ, ਸਾਰਿਆਂ ਨੂੰ ਲੱਤਾਂ ਤੋਂ ਘੜੀਸਿਆ, ਇੱਕ ਜਗ੍ਹਾ ਤੇ ਢੇਰੀ ਲਾਈ, ਮਿੱਟੀ ਦਾ ਤੇਲ ਪਾਇਆ, ਅੱਗ ਲਾਤੀ। ਔਰ ਉਸ ਤੋਂ ਬਾਅਦ ਕਹਿੰਦੇ ਮੀਂਹ ਆ ਗਿਆ, ਫਟਾਫਟ ਇਹਨਾਂ ਨੇ ਉਹ ਚੀਜ਼ ਨੂੰ ਮਿਟਾਉਣ ਦੇ ਲਈ, ਸਬੂਤਾਂ ਨੂੰ ਮਿਟਾਉਣ ਲਈ ਸਾਰੇ ਕੁਛ ਨੂੰ ਹੂੰਝ ਕੇ ਖੂਹ 'ਚ ਛੱਡ ਦਿੱਤਾ। ਮੇਨ ਅਸੀਂ ਹੁਣ ਜਿਹੜੇ ਕੇਸ ਕੀਤਾ ਹੋਇਆ, ਜਿਹੜੀ ਹੁਣ ਸਾਡੇ ਕੋਲ ਸਾਹਮਣੇ ਗੱਲ ਆਈ ਹੈ, ਕਿਉਂਕਿ ਸਾਡੇ ਕੋਲ ਡਾਕੂਮੈਂਟਰੀ ਐਵੀਡੈਂਸ ਜਸਟਿਸ CP ਗਰਗ ਕਮਿਸ਼ਨ ਨੇ ਕੱਢੇ ਨੇ ਸਾਡੇ। ਮੈਂ ਉਹਨਾਂ ਦਾ ਥੈਂਕਸ ਕਰਦਾ ਕਿ ਉਹਨਾਂ ਨੇ ਇਸ ਕੇਸ ਲਈ ਬੜੀ ਮਿਹਨਤ ਕੀਤੀ ਹੈ, ਕਿਉਂਕਿ ਬਹੁਤ ਉਹਨਾਂ ਨੇ ਮਿਹਨਤ ਕੀਤੀ ਹੈ ਕਿ ਫੇਅਰ ਜੱਜ ਹੋਣ ਦਾ ਉਹਨੇ ਸਬੂਤ ਦਿੱਤਾ। ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ ਜਿਹੜੇ 4 ਅਫਸਰ, ਇੱਕ ਉਦੋਂ ਦਾ SP ਸਤਿੰਦਰ ਸਿੰਘ, ਉਸ SP ਨੇ ਇਹ ਸਾਰਾ ਕੁਛ ਉਹਦੀ ਕਮਾਂਡ ਹੇਠ ਹੋਇਆ, ਕਿਉਂਕਿ ਸਾਰੇ ਜਿੰਨੇ ਵੀ ਆਏ ਸੀ ਉਹ ਰੋਡਵੇਜ਼ ਦੀਆਂ ਬੱਸਾਂ 'ਚ ਆਏ ਸੀ, ਸਾਰੇ ਉਹ ਰੰਗਰੂਟ ਸੀ। ਔਰ ਇਹ ਸਾਰੇ ਜਿਹੜੇ ਪਾਪ ਦੇ ਦਾਗ ਸੀ ਉਸ SP ਨੇ ਮਿਟਾਏ। ਉਹਨੂੰ ਭਜਨ ਲਾਲ ਦੀ ਉਦੋਂ ਸਰਕਾਰ ਸੀ, ਉਹਨੇ ਉਹਨੂੰ DGP ਬਣਾ ਦਿੱਤਾ, ਜਾਣੀ ਕਿ ਸਿੱਖਾਂ ਦਾ ਕਤਲੇਆਮ ਦਿੱਤਾ, ਉਹਨੂੰ ਬੜੀ ਛੇਤੀ DGP ਬਣਾਇਆ। ਔਰ ਦੂਜੀ ਗੱਲ ਦੇਖੋ, ਜਿਹੜਾ DSP ਸੀ ਇੱਕ ਰਾਮ ਭੱਜ ਜੀ, ਉਹਨੂੰ ਬੜੀ ਛੇਤੀ SSP ਬਣਾਤਾ। ਸਿੱਖਾਂ ਦੇ ਕਤਲੇਆਮ ਦਾ ਇਨਾਮ ਦਿੱਤਾ ਗਿਆ। ਹਾਂ, ਰਾਮ ਕੁਮਾਰ ਆਪਣਾ ਇੰਸਪੈਕਟਰ ਸੀ, ਉਹਨੂੰ SP ਬਣਾ ਦਿੱਤਾ। ਇੱਕ IO ਸੀਗਾ, ਉਹਨੂੰ ਵੀ DSP ਬਣਾ ਦਿੱਤਾ। ਇਹ ਸਾਰੀਆਂ ਚੀਜ਼ਾਂ ਮੈਂ ਨਹੀਂ ਕਹਿ ਰਿਹਾ, ਇਹ ਸਾਡੀ ਰਿਪੋਰਟ 'ਚ ਲਿਖੀਆਂ ਹੋਈਆਂ, ਜੱਜ ਸਾਹਿਬ ਕਹਿ ਰਹੇ ਆ। ਉਹ ਜਿਹੜਾ ਖੂਹ ਸੀਗਾ ਉਹਦੇ ਵਿੱਚੋਂ ਵੀ ਐਸ਼ਿਸ ਮਿਲੇ ਹਾਂ, ਉਹਦੇ ਵਿੱਚੋਂ ਅਸੀਂ ਸਾਰਾ ਕੁਝ ਐਵੀਡੈਂਸ ਜੱਜ ਸਾਹਿਬ ਦੇ ਅੱਗੇ ਰੱਖਿਆ। ਇਹ ਤਾਈਓ ਜਿਹੜਾ ਹੈਗਾ ਇਹਨਾਂ ਨੂੰ 22 ਕਰੋੜ 60 ਲੱਖ ਰੁਪਈਆ, ਮੈਂ ਕਹਿੰਦਾ ਵੀ ਇਹ ਪਹਿਲਾ ਕੇਸ ਹੈ 84 ਤੋਂ ਬਾਅਦ ਜਿਹਦੇ ਵਿੱਚ ਐਡੀ ਵੱਡੀ ਅਮਾਊਂਟ ਦੇ ਵਿੱਚ ਲੋਕਾਂ ਨੂੰ ਪੈਸੇ ਮਿਲੇ ਨੇ, ਕੰਪਨਸੇਟ ਕੀਤਾ, ਇੰਨਾ ਵੱਡਾ ਕੰਪਨਸੇਟ ਕੀਤਾ। ਔਰ 4 ਅਫਸਰ ਜਿਹਨਾਂ ਦਾ ਮੈਂ ਨਾਮ ਲਿਆ ਉਹਨਾਂ ਨੂੰ ਪ੍ਰੋਪਰ ਦੋਸ਼ੀ ਠਹਿਰਾਇਆ ਜੱਜ ਸਾਹਿਬ ਨੇ। ਜੱਜ ਸਾਹਿਬ ਨੇ ਇੱਕ ਬੜੀ ਵੱਡੀ ਲਾਈਨ ਲਿਖੀ ਹੈ ਕਿ ਜੇ ਅੱਜ ਜਿਹੜਾ ਹੈਗਾ ਆਪਾਂ ਕਹਦੇ ਹਾਂ ਕਿ ਯਹੂਦੀਆਂ ਨੂੰ, ਉਹਨਾਂ ਨੂੰ ਕਬਰਾਂ 'ਚੋਂ ਕੱਢ ਕੇ ਉਹਨਾਂ ਨੂੰ ਫਾਂਸੀਆਂ ਦਿੱਤੀਆਂ ਜਾ ਸਕਦੀਆਂ ਨੇ, ਤਾਂ ਕੋਈ ਇਹ ਨਹੀਂ ਹੈ ਕਿ ਬਹੁਤ ਲੰਬਾ ਸਮਾਂ ਹੋ ਗਿਆ, ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਜੱਜ ਸਾਹਿਬ ਨੇ ਆਪਣੀ ਉਸ ਰਿਪੋਰਟ ਦੇ ਵਿੱਚ ਲਿਖਿਆ। ਫਿਰ ਜਿਹੜੀ ਉਹਨਾਂ ਦੀ ਥਾਂ ਸੀਗੀ ਕਿ ਉਹਨੂੰ ਆਬਾਦ ਕੀਤਾ ਗਿਆ ਮੁੜ ਕੇ ਦੁਬਾਰਾ? ਨਹੀਂ, ਉਸ ਨੂੰ ਜਦੋਂ ਅਸੀਂ ਉੱਥੇ ਪ੍ਰੋਗਰਾਮ ਕੀਤਾ ਸੀਗਾ ਅਤੇ ਉੱਥੇ ਸਾਡੇ ਜਥੇਦਾਰ ਉਦੋਂ ਗਿਆਨੀ ਗੁਰਬਚਨ ਸਿੰਘ ਜੀ ਸੀਗੇ, ਉਹ ਆਏ ਸੀ, ਹੋਰ ਵੀ ਜਥੇਦਾਰ ਜੀ ਆਏ ਸੀ, ਅਤੇ ਉੱਥੇ ਕਿਹਾ ਗਿਆ ਸੀ, ਉੱਥੇ ਇੱਕ ਪੱਥਰ ਜ਼ਰੂਰ ਲਾਇਆ ਹੋਇਆ ਕਿ ਇਸ ਜਗ੍ਹਾ ਨੂੰ ਅਸੀਂ ਜੈਨੋਸਾਈਡ ਸਾਈਟ ਬਣਾਵਾਂਗੇ। ਪਰ ਦੁੱਖ ਦੀ ਗੱਲ ਹੈ ਕਿ ਅੱਜ ਉੱਥੇ ਇੱਕ ਵੀ ਪੱਥਰ ਨਹੀਂ ਲੱਗਿਆ, ਸਿਰਫ ਉਹੀ ਜਿਹੜਾ ਪੱਥਰ ਹੈ ਉਹੀ ਲੱਗਿਆ ਹੋਇਆ। ਉਹ ਕਿਹਨਾਂ ਨੇ ਲਵਾਇਆ ਸੀ? ਔਰ ਉਹ ਸ਼੍ਰੋਮਣੀ ਕਮੇਟੀ ਵੱਲੋਂ। ਸ਼੍ਰੋਮਣੀ ਕਮੇਟੀ ਨੇ, ਜਾਣੀ ਕਿ ਅਸੀਂ ਮੰਨ ਲਈਏ ਕਿ ਉਦੋਂ ਤੋਂ ਲੈ ਕੇ ਤੁਹਾਡੇ ਨਾਲ ਵੀ ਵਾਅਦੇ ਕੀਤੇ? ਹਾਂ, ਸਾਡੇ ਨਾਲ ਵੀ ਵਾਅਦੇ ਕੀਤੇ। ਅਤੇ 13 ਦੇ ਵਿੱਚ ਇਹਨਾਂ ਨੇ ਇੱਕ ਜਨਰਲ ਹਾਊਸ ਦੇ ਵਿੱਚ, ਕਿਉਂਕਿ ਮੈਂ ਵਾਰ-ਵਾਰ ਜਾ ਕੇ ਮਿਲਦਾ ਸੀ, 13 ਦੇ ਵਿੱਚ ਜਨਰਲ ਹਾਊਸ ਦੇ ਵਿੱਚ ਇਸ ਗੱਲ ਲਈ ਮਤਾ ਪਾਇਆ ਹੋਇਆ ਹੈ ਔਰ ਉਹ ਸਰਬਸੰਮਤੀ ਦੇ ਨਾਲ ਪਾਸ ਕੀਤਾ ਹੋਇਆ ਹੈ ਕਿ ਇੱਥੇ ਅਸੀਂ ਜੈਨੋਸਾਈਡ ਬਣਾ ਰਹੇ ਹਾਂ। ਤੁਹਾਨੂੰ ਧਮਕੀਆਂ ਵੀ ਆਉਂਦੀਆਂ ਰਹੀਆਂ? ਧਮਕੀਆਂ ਕੌਣ ਦਿੰਦਾ ਸੀ? ਫੋਨ ਆਉਂਦੇ ਸੀਗੇ ਜਾਂ ਕੋਈ ਕਿਸੇ ਬੰਦੇ ਦੇ ਥਰੂ ਧਮਕੀਆਂ ਆਉਂਦੀਆਂ ਸੀ? ਨਹੀਂ, ਮੈਨੂੰ ਕਈ ਮੇਰੇ ਕੋਲ ਉਦੋਂ ਦੀਆਂ 8-10 ਮੇਰੇ ਕੋਲ ਪੁਲਿਸ ਕੋਲ ਮੈਂ ਉਦੋਂ ਕੰਪਲੇਂਟਾਂ ਕੀਤੀਆਂ, ਫੋਨ ਦੇ ਥਰੂ ਥ੍ਰੈਟਸ ਆਉਂਦੀਆਂ ਸੀ, ਕਿਸੇ ਦੇ ਥਰੂ ਆਉਂਦੀਆਂ ਸੀ। ਮੇਰੀ ਗੱਡੀ ਦਾ ਫਰੰਟ ਦਾ ਸ਼ੀਸ਼ਾ ਵੀ ਤੋੜਿਆ ਗਿਆ,
ਕਾਫੀ ਜਗ੍ਹਾ ਦੇ ਉੱਤੇ ਇਦਾਂ ਦੀ ਜਿਹੜੀ ਹੈਗੀਆਂ ਮੇਰੇ ਨਾਲ ਉਦੋਂ ਮਿਸ ਹੈਪਨਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ, ਧਮਕੀਆਂ ਇਹੀ ਕਹਿੰਦੇ ਸੀ ਕੇਸ ਤੋਂ ਪਿੱਛੇ ਹੋ ਜਾਓ, ਕੇਸ ਤੋਂ ਪਿੱਛੇ ਹੋ ਜਾਓ, ਨਹੀਂ ਤਾਂ ਤੁਹਾਡਾ ਅਸਰ ਜਿਹੜਾ ਬਹੁਤ ਬੁਰਾ ਹੋਏਗਾ। ਇਸ ਪੂਰੇ ਸਮੇਂ ਦੇ ਦੌਰਾਨ ਜੇ ਅਸੀਂ ਪਰਿਵਾਰ ਦੀ ਗੱਲ ਕਰੀਏ, ਕਿਉਂਕਿ ਪਰਿਵਾਰ ਦੀ ਭੂਮਿਕਾ ਬੜੀ ਅਹਿਮ ਬਣ ਜਾਂਦੀ ਹੈ ਜਦੋਂ ਇਦਾਂ ਦੀ ਖਾਸ ਕਰਕੇ ਬੰਦਾ ਲੜਾਈ ਲੜ ਰਿਹਾ ਹੋਵੇ, ਜਦੋਂ ਸਿਸਟਮ ਸਾਰਾ ਤੁਹਾਡੇ ਖਿਲਾਫ ਹੋਵੇ, ਪਰਿਵਾਰ ਦੀ ਭੂਮਿਕਾ ਕੀ ਰਹੀ ਉਸ ਵੇਲੇ? ਪਰਿਵਾਰ ਕਿਸ ਤਰੀਕੇ ਨਾਲ ਖੜਿਆ ਤੁਹਾਡੇ? ਦੇਖੋ, ਮੇਰੇ ਫਾਦਰ ਸਾਹਿਬ ਸਰਦਾਰ ਗੁਰਮੇਲ ਸਿੰਘ ਜੀ, ਉਹਨਾਂ ਦੀ ਬਦੌਲਤ ਹੀ ਜੇ ਮੈਂ ਅੱਜ ਕੁਛ ਹੈ ਤਾਂ ਉਹਨਾਂ ਦੀ ਬਦੌਲਤ ਹੈ। ਉਹਨਾਂ ਨੇ ਮੈਨੂੰ ਸਿੱਖੀ ਦੇ ਵਿੱਚ ਲੈ ਕੇ ਆਂਦਾ ਅਤੇ ਹਮੇਸ਼ਾ ਉਹਨਾਂ ਵੱਲੋਂ ਸਾਨੂੰ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ, ਗੁਰਬਾਣੀ ਦੇ ਸਾਨੂੰ ਸਿੱਖਿਆਵਾਂ ਦੇ ਕੇ, ਗੁਰਬਾਣੀ ਦੇ ਨਾਲ ਜੋੜ ਕੇ ਜੋ ਉਹਨਾਂ ਵੱਲੋਂ ਸਾਨੂੰ ਮੋਰਲ ਸਪੋਰਟ ਦਿੱਤੀ ਹੈ। ਔਰ ਮੇਰੀ ਵਾਈਫ ਉਹ ਵੀ ਧਾਰਮਿਕ ਖਿਆਲਾਂ ਦੀ ਹੈ, ਰਮਨਜੀਤ ਕੌਰ ਮੇਰੀ ਮਾਤਾ ਜੀ, ਔਰ ਸਾਡਾ ਸਾਰਾ ਹੀ ਪਰਿਵਾਰ, ਕਿਉਂਕਿ ਸਾਡਾ ਸਾਰਾ ਹੀ ਪਰਿਵਾਰ ਸ਼ੁਰੂ ਤੋਂ ਹੀ ਗੁਰਸਿੱਖੀ ਦੇ ਨਾਲ ਜੁੜਿਆ ਹੋਣ ਕਰਕੇ ਉਹਨਾਂ ਵੱਲੋਂ ਹਮੇਸ਼ਾ ਮੈਨੂੰ ਸਪੋਰਟ ਮਿਲਦੀ ਰਹੀ ਹੈ। ਔਰ ਮੈਨੂੰ ਅੱਜ ਵੀ ਮੈਂ ਕਹਿੰਦਾ ਵੀ ਮੈਨੂੰ ਪਰਿਵਾਰ ਵਾਲੇ ਆਪਣੇ ਘਰੇਲੂ ਕੰਮਾਂ ਤੋਂ ਮੈਨੂੰ ਅੱਜ ਵੀ ਦੂਰ ਰੱਖਦੇ ਆ ਕਿ ਇਹ ਇੱਕ ਸੰਤ ਪੁਰਸ਼ ਹੈ ਯਾਰ, ਇਹਦੇ ਕੋਲੋਂ ਲੋਕਾਂ ਦੀ ਸੇਵਾ ਹੀ ਕਰਨ ਦਿਓ ਇਹਨੂੰ। ਮੈਨੂੰ ਅੱਜ ਵੀ ਕਿਸੇ ਕੰਮ ਲਈ ਮੈਨੂੰ ਅੱਜ ਵੀ ਕੋਈ ਜ਼ਰੂਰਤ ਹੁੰਦੀ ਆ, ਮੈਂ ਆਪਣੀ ਮਾਂ ਨੂੰ ਕਹਾਂ, ਆਪਦੇ ਬ੍ਰਦਰ ਨੂੰ ਕਹਾਂ ਕਿ ਮੇਰੇ ਫਾਦਰ ਸਾਹਿਬ ਲਾਸਟ ਈਅਰ ਹੀ ਐਕਸਪਾਇਰ ਹੋਏ ਨੇ, ਬੜਾ ਦੁੱਖ ਹੋਇਆ ਕਿ ਉਹਨਾਂ ਨੇ ਮੈਨੂੰ MLA ਨਹੀਂ ਸੀ ਦੇਖਣਾ, ਮੈਨੂੰ ਉਹਨਾਂ ਨੇ ਜੇਲ੍ਹਾਂ 'ਚ ਜਾਂਦਿਆਂ ਨੂੰ ਹੀ ਦੇਖਿਆ, ਉਹਨਾਂ ਨੇ ਮੈਨੂੰ ਇਸ ਪੋਜੀਸ਼ਨ 'ਤੇ ਨਹੀਂ ਦੇਖਿਆ। ਪਰ ਚਲੋ ਜੋ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਸਾਨੂੰ, ਪਰ ਪਰਿਵਾਰ ਵੱਲੋਂ ਬਹੁਤ ਸਹਿਯੋਗ ਮਿਲਿਆ। ਪਰਿਵਾਰ ਦੇ ਉੱਤੇ ਬੜੀਆਂ ਦਿੱਕਤਾਂ ਆਈਆਂ, ਬੱਚਿਆਂ ਦੇ ਉੱਤੇ ਦਿੱਕਤਾਂ ਆਈਆਂ। ਤੁਸੀਂ ਦੇਖੋ ਕਿ ਗੁੜਗਾਉਂ ਉੱਥੇ ਇੱਕ ਵੱਡੇ ਸਕੂਲਾਂ ਦੇ ਵਿੱਚ ਪੜ੍ਹਦੇ, ਉਹਨਾਂ ਨੂੰ ਹਟਾ ਕੇ ਲੁਧਿਆਣੇ ਲੈ ਕੇ ਆਂਦਾ, ਇੱਥੇ ਸਕੂਲਾਂ ਦੇ ਵਿੱਚ ਆਮ ਸਕੂਲਾਂ 'ਚ ਲਾਇਆ। ਅਤੇ ਪਰ ਮੈਨੂੰ ਇਹ ਵੀ ਰੱਬ ਦਾ ਮੈਂ ਸ਼ੁਕਰਗੁਜ਼ਾਰ ਕਰਦਾ ਕਿ ਉੱਥੇ ਮੈਂ ਰਹਿੰਦਾ ਸੋਚਦਾ ਸੀ ਕਿ ਆਪਣੇ ਬੱਚਿਆਂ ਲਈ ਕੁਛ ਜੋੜ ਕੇ ਆਪਦੇ ਬੇਟੇ ਨੂੰ ਡਾਕਟਰ ਬਣਾਊਂਗਾ, ਉੱਥੇ ਮੈਂ ਸੋਚਦਾ ਸੀ। ਪਰ ਇੱਥੇ ਆਏ ਹਾਂ, ਬੇਟਾ ਜਦੋਂ ਮੇਰਾ 6ਵੀਂ 'ਚ ਹੀ ਸੀ ਜਦੋਂ ਅਸੀਂ ਵਾਪਸ ਆ ਗਏ ਇੱਥੇ, ਅਤੇ ਪਰਮਾਤਮਾ ਨੇ ਫਿਰ ਸਾਡੇ 'ਤੇ ਕਿਰਪਾ ਕੀਤੀ। ਬੇਸ਼ੱਕ ਮੇਰੇ ਕੋਲ ਪੈਸੇ ਨਹੀਂ ਸੀਗੇ ਉਹਨੂੰ ਉੱਦਾਂ ਦੀ ਡੋਨੇਸ਼ਨ ਦੇਣ ਨੂੰ, ਪਰ ਮੇਰਾ ਬੇਟਾ ਲਾਇਕ ਸੀ ਕਿ ਉਹਨੇ ਫਰੀ 'ਚ MBBS ਕਰੀ ਆ ਪਟਿਆਲਿਓਂ, ਅੱਜ ਇੰਟਰਨ ਕਰ ਰਿਹਾ। ਅਤੇ ਇਹ ਮੈਂ ਸਮਝਦਾ ਕਿ ਪਰਮਾਤਮਾ ਤੁਹਾਡੀ ਜ਼ਰੂਰ ਸੁਣਦਾ। ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ। ਤਾਂ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਨੇ ਮਹਾਨ ਨੇ, ਐਵੇਂ ਨਹੀਂ ਹੈ ਉਹ। ਜਦੋਂ ਤੁਸੀਂ ਉਹਨਾਂ ਵੱਲ ਇੱਕ ਕਦਮ ਵੀ ਕੋਈ ਕੰਮ ਕਰਦੇ ਹੋ ਨਾ, ਤਾਂ ਤੁਹਾਨੂੰ ਹਜ਼ਾਰਾਂ ਕਦਮ ਅੱਗੇ ਹੋ ਕੇ ਗੁਰੂ ਲੈਣ ਆਉਂਦਾ। ਜਸਪ੍ਰੀਤ ਜੀ, ਜਦੋਂ ਅਸੀਂ ਇਹ ਪੋਲੀਟੀਕਲ ਸਫ਼ਰ ਦੀ ਗੱਲ ਕਰੀਏ, ਫਿਰ ਰਾਜਨੀਤਿਕ ਤੌਰ 'ਤੇ ਉਚੇਚੇ ਤੌਰ 'ਤੇ ਕਦੋਂ ਸਬੱਬ ਬਣਿਆ ਵੀ ਹੁਣ ਪੋਲੀਟੀਕਲ ਵੀ ਹੋ ਜਾਈਏ, ਰਾਜਨੀਤੀ ਦੇ ਵਿੱਚ ਵੀ ਆ ਜਾਈਏ ਜੇ ਮਸਲੇ ਅਸੀਂ ਆਪਣੇ ਚੁਕਾਉਣੇ ਹੈਗੇ? ਬੇਸਿਕਲੀ ਜਦੋਂ ਪੋਲੀਟੀਕਲ ਦੇ ਵਿੱਚ ਆਏ ਹਾਂ, ਇਹ ਕਦੇ ਸੋਚ ਕੇ ਨਹੀਂ ਆਏ ਕਿ ਅਸੀਂ ਰਾਜਨੀਤੀ 'ਚ ਆ ਜਾਈਏ ਜਾਂ ਅਸੀਂ ਮਸਲੇ ਚੁਕਾਉਣੇ ਆ। ਮੈਂ ਵੈਰੀ ਓਨੈਸਟਲੀ ਇਹ ਗੱਲ ਕਹਾਂ ਕਿ ਜਦੋਂ ਮੈਨੂੰ ਥਾਣੇ, ਕਚਹਿਰੀਆਂ, ਜੇਲ੍ਹਾਂ, ਥੋੜ੍ਹਾ ਜਿਹਾ ਬੰਦਾ ਕਈ ਵਾਰੀ ਨਾ ਇਸ ਗੱਲੋਂ ਇੱਕ ਅੱਕ ਜਾਂਦਾ, ਅਤੇ ਫਿਰ ਮੈਨੂੰ ਜਿਹੜਾ ਹੈਗਾ ਉਦੋਂ 19 ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ PDA ਬਣਿਆ, ਇੱਕ ਪੰਜਾਬ ਦਾ ਲੋਕਾਂ ਦਾ ਡੈਮੋਕ੍ਰੈਟਿਕ ਫਰੰਟ ਬਣਿਆ। ਮੈਂ ਉਦੋਂ ਤੱਕ ਮੈਂ ਕਿਸੇ ਪਾਰਟੀ ਦੇ ਨਾਲ ਵੈਰੀ ਓਨੈਸਟਲੀ ਨਹੀਂ ਸੀ ਜੁੜਿਆ ਹੋਇਆ, ਬੈਂਸਾਂ ਨਾਲ ਵੀ ਨਹੀਂ ਸੀ ਜੁੜਿਆ ਹੋਇਆ, ਕਿਸੇ ਪਾਰਟੀ ਨਾਲ ਮੈਂ ਨਹੀਂ ਸੀ ਜੁੜਿਆ ਹੋਇਆ। ਔਰ ਮੈਨੂੰ ਘਰ ਬੈਠੇ ਨੂੰ ਜਦੋਂ ਐਲਾਨ ਹੁੰਦਾ, ਇੱਕ TV ਦੇ ਰਾਹੀਂ ਪਤਾ ਲੱਗਦਾ ਕਿ ਤੁਹਾਨੂੰ ਫਤਿਹਗੜ੍ਹ ਸਾਹਿਬ ਤੋਂ ਟਿਕਟ ਦਿੱਤੀ ਜਾ ਰਹੀ ਹੈ, ਅਤੇ ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਸ਼ੌਕਡ ਹੁੰਦਾ ਕਿ ਯਾਰ ਮੈਨੂੰ ਇੱਥੇ ਤਾਂ ਕੋਈ ਜਾਣਦਾ ਨਹੀਂ, ਹੈ ਨਾ, ਵੀ ਮੈਂ ਕਦੇ ਪੰਚ ਨਹੀਂ, ਸਾਡੇ ਹਮਰੇ ਕੋਲ ਕੌਣੋ ਰਾਮ ਕਹਿਓ, ਅਤੇ ਮੈਂ ਕਿੱਦਾਂ ਲੋਕ ਸਭਾ ਦੀ ਇਹ ਟਿਕਟ ਕਹਿ ਰਿਹਾ ਵੀ ਇਹ ਆਰਜੂ ਮੈਡ ਜਿਵੇਂ ਕਹਿੰਦੇ ਅਗਲਾ। ਅਤੇ ਪਰ ਉਹਨਾਂ ਵੱਲੋਂ ਕਿਹਾ ਗਿਆ, ਅਤੇ ਫਿਰ ਮੇਰੇ ਵੱਲੋਂ ਡਨਾਈ ਕੀਤਾ ਗਿਆ ਕਿ ਅਸੀਂ ਨਹੀਂ ਲੜਨੀ ਯਾਰ ਇਲੈਕਸ਼ਨ, ਮੈਂ ਨਹੀਂ ਲੜਨੀ, ਸਾਡੇ ਇਹ ਸੁਭਾਅ ਦਾ ਹੀ ਨਹੀਂ ਹਿੱਸਾ, ਹੈ ਨਾ। ਅਤੇ ਪਰ ਫਿਰ ਮੇਰੇ ਬਹੁਤ ਸਾਰੇ ਕਲੋਜ਼ ਦੋਸਤਾਂ ਨੇ, ਮੇਰੇ ਫਾਦਰ ਸਾਹਿਬ ਨੇ, ਹੋਰ ਫਾਦਰ ਸਾਹਿਬ ਨੇ ਵੀ ਸਪੈਸ਼ਲੀ ਸਾਰਿਆਂ ਨੇ ਡਿਸਕਸ ਕੀਤੀ, ਇਹ ਗੱਲ ਕੀਤੀ ਕਿ ਸਾਨੂੰ ਇਹ ਲੜਨੀ ਚਾਹੀਦੀ ਹੈ ਇਲੈਕਸ਼ਨ। ਵੀ ਮੰਨ ਲਓ ਜੇ ਤੁਸੀਂ ਸਫਲ ਹੁੰਦੇ ਹੋ ਤਾਂ ਤੁਸੀਂ ਲੋਕ ਸਭਾ 'ਚ ਜਾ ਕੇ ਇੰਡੀਪੈਂਡੈਂਟਲੀ ਆਪਣੀ ਕੌਮ ਦੀ, ਆਪਣੇ ਹਿੱਤਾਂ ਦੀ ਤੁਸੀਂ ਗੱਲ ਰੱਖ ਸਕਦੇ ਹੋ। ਅਗਰ ਕਿਸੇ ਕਾਰਨ ਤੁਸੀਂ ਨਹੀਂ ਜਿੱਤ ਪਾਉਂਦੇ ਤਾਂ ਜਿਹੜੇ ਤੁਹਾਡੇ ਪੁਲਿਸ ਦੇ ਨਿੱਤ ਦੇ ਜਿਹੜੇ ਤੁਹਾਡੇ 'ਤੇ ਕੇਸ ਨੇ ਉਹਨਾਂ ਦੇ ਉੱਤੇ ਵਿਰਾਮ ਲੱਗ ਜਾਏਗਾ। ਇਸ ਲਈ ਤੁਹਾਨੂੰ ਅੱਜ ਜ਼ਰੂਰਤ ਹੈ, ਜੇ ਤੁਸੀਂ ਕੌਮ ਲਈ ਲੜਦੇ ਰਹਿਣਾ, ਜੇ ਤੁਸੀਂ ਲਗਾਤਾਰ ਜੇ ਤੁਸੀਂ ਲੜਦੇ ਰਹਿਣਾ, ਪੋਲੀਟੀਕਲ ਸੁਰੱਖਿਆ ਛਤਰੀ ਕਿਤੇ ਨਾ ਕਿਤੇ ਜ਼ਰੂਰਤ ਹੋਏਗੀ। ਔਰ ਇਸ ਸੱਚੀ ਗੱਲ ਕਹਿ ਰਹੇ ਹਾਂ ਕਿ ਸਿਰਫ ਇਸੇ ਡਰ ਨੂੰ, ਪੁਲਿਸ ਦੇ ਡਰ ਤੋਂ ਫਿਰ ਅਸੀਂ ਇਸ ਇਲੈਕਸ਼ਨ ਦੇ ਵਿੱਚ ਆਏ ਹਾਂ
ਤੇ ਮੈਂ ਤੁਹਾਨੂੰ ਸਹੀ ਦੱਸਾਂ ਕਿ ਮੇਰੇ ਕੋਲ ਸਿਰਫ ਇੱਕ ਆਪਣੀ ਕਰੇਟਾ ਤੇ ਨਾਲ ਪਰਿਵਾਰ ਦੇ 3-4 ਜੀ, ਹੋਰ ਕੋਈ ਨਹੀਂ। ਮੈਂ ਉਦੋਂ 986 ਪਿੰਡਾਂ 'ਚ ਗਿਆ ਲੋਕ ਸਭਾ ਚੋਣਾਂ 'ਚ, ਇੱਕ ਗੱਡੀ, ਠੀਕ ਹੈ, 3-4 ਜੀ, 986 ਪਿੰਡਾਂ 'ਚ, ਜਿੱਥੇ ਸਾਡਾ ਕੋਈ ਕੇਡਰ ਨਹੀਂ ਜੀ, ਸਾਰਿਆਂ ਨੂੰ ਮਿਲੇ, ਕੋਈ ਲੋਕ ਸਭਾ ਦਾ ਸਾਡੀ ਪਾਰਟੀ ਦਾ ਕੇਡਰ ਨਹੀਂ, ਕੋਈ ਕੁਛ ਨਹੀਂ। ਔਰ ਪਿੰਡ ਪਿੰਡ ਘੁੰਮੇ, ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਗੱਲ ਕੀਤੀ, ਔਰ ਬਿਨਾਂ ਪੈਸੇ ਤੋਂ ਇਲੈਕਸ਼ਨ ਲੜੀ। ਔਰ ਕੋਈ ਸਾਡੇ ਪੋਸਟਰ ਨਹੀਂ ਸੀ, ਬੈਨਰ ਨਹੀਂ ਸੀ। ਤੈਨੂੰ ਮੈਂ ਬੜੀ ਇੰਟਰਸਟਿੰਗ ਇੱਕ ਗੱਲ ਦੱਸਾਂ ਕਿ ਸਾਡਾ ਉਦੋਂ BSP ਦੇ ਨਾਲ ਸਮਝੌਤਾ ਹੋਇਆ ਸੀ, ਅਤੇ ਮੈਨੂੰ BSP ਦੇ ਹੈੱਡ ਆਫਿਸ ਤੋਂ ਫੋਨ ਆ ਗਿਆ, ਕਹਿੰਦੇ ਵੀ ਤੁਸੀਂ ਲੋਕਲ ਲੀਡਰ ਦੀ ਫੋਟੋ ਵੱਡੀ ਲਾਈ ਹੋਈ ਹੈ, ਸਾਡੀ ਮਾਇਆਵਤੀ ਜੀ ਸਾਡੇ ਦੇਸ਼ ਦੇ ਲੀਡਰ ਨੇ, ਉਹਨਾਂ ਦੀ ਫੋਟੋ ਛੋਟੀ ਆ ਔਰ ਸਾਈਡ 'ਤੇ ਲੱਗੀ ਆ, ਅਤੇ ਵੀ ਇਹਨੂੰ ਠੀਕ ਕਰਕੇ ਕਰਾਓ। ਅਤੇ ਮੈਂ ਕਿਹਾ ਵੀ ਫਿਰ ਮੈਂ ਉਹਨਾਂ ਨੂੰ ਬੁਲਾਇਆ, ਰਾਜੂ ਜੀ ਸੀਗੇ ਉਦੋਂ ਉਹਨਾਂ ਦੇ ਪੰਜਾਬ ਦੇ ਪ੍ਰਧਾਨ। ਮੈਂ ਉਹਨਾਂ ਨੂੰ ਮਿਲਿਆ, ਮੈਂ ਕਿਹਾ ਵੀਰ ਜੀ ਮੈਂ 10 ਪੋਸਟਰ ਲੈ ਗਿਆ ਜਾਂ 10 ਪੋਸਟਰ ਪਏ ਆ, 10 ਪੋਸਟਰਾਂ ਦੀ ਪੈਰਿਟੀ ਅਲੱਗ ਹੈ। ਮੈਂ ਕਿਹਾ ਮੈਂ ਤੁਹਾਨੂੰ ਸਹੀ ਦੱਸਾਂ ਵੀ ਇਹ ਦਾਨ ਦੀ ਵੱਛੀ ਦੇ ਕਦੇ ਦੰਦ ਨਹੀਂ ਗਿਣੀਦੇ, ਵੀ ਇਹ ਦਾਨ ਦੇ ਨੇ। ਮੈਨੂੰ ਕੋਈ ਫੋਨ ਕਰਦਾ ਕਿ ਕੀ ਸੇਵਾ ਕਰੀਏ, ਮੈਂ ਕਿਹਾ ਮੈਂ ਉਹਨੂੰ ਕਹਿ ਦਿੰਦਾ ਕਿ ਭਾਈ ਮੇਰੇ 10 ਪੋਸਟਰ 20 ਪੋਸਟਰ ਲਾ ਦੇ। ਮੈਂ ਕਿਹਾ ਜਾਂ ਤਾਂ ਤੁਸੀਂ ਸਾਰੇ ਪੋਸਟਰਾਂ ਦੀ ਸੇਵਾ ਲੈ ਲਓ, ਵੱਡੀ ਫੋਟੋ ਮਾਇਆਵਤੀ ਜੀ ਦੀ ਲਾਓ, ਮੇਰੀ ਫੋਟੋ ਲਾਉਣੀ ਲਾਇਓ, ਨਹੀਂ ਲਾਉਣੀ ਨਾ ਲਾਇਓ, ਇਹਦੀ ਸੇਵਾ ਜਾਂ ਤਾਂ ਤੁਸੀਂ ਲੈ ਲਓ, ਜਾਂ ਫਿਰ ਜਿਵੇਂ ਹੋ ਰਿਹਾ ਉਵੇਂ ਹੋਣ ਦਿਓ। ਕਿਉਂਕਿ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਕਿ ਤੂੰ ਕਿਹਦੀ ਫੋਟੋ ਕਿੱਥੇ ਲਾ, ਕਿਉਂਕਿ ਜਦੋਂ ਅਸੀਂ ਆਪਣੇ ਕੋਲੋਂ ਕੋਈ ਖਰਚਾ ਹੀ ਨਹੀਂ ਕਰ ਰਹੇ, ਆਪਣੇ ਕੋਲੋਂ ਕੋਈ ਲਾ ਹੀ ਨਹੀਂ ਰਹੇ, ਇੱਕ X ਬੰਦਾ ਲਾ ਰਿਹਾ, ਇੱਕ Z ਲਾ ਰਿਹਾ, ਇੱਕ Y ਲਾ ਰਿਹਾ, ਮੈਨੂੰ ਉਹਦਾ ਕੁਝ ਨਹੀਂ ਪਤਾ ਕਿ ਉਹ ਕਿਸ ਹਿਸਾਬ ਨਾਲ ਉਹਦੀ ਕੀ ਦਿਮਾਗ ਦੇ ਵਿੱਚ ਥੋਟ ਆਈ ਅਤੇ ਉਹਨੇ 50 ਪੋਸਟਰ ਲਾ ਕੇ ਲਾਉਣੇ। ਉਹਦੇ 'ਚ ਦਿਮਾਗ 'ਚ ਇੰਨਾ ਹੀ ਹੈ ਕਿ ਬੰਦੇ ਨੇ ਹੋਂਦ 'ਚ ਲੜ ਲਈ, ਸਿੱਖਾਂ ਦੀ ਲੜਾਈ ਲੜੀ ਹੈ ਅਤੇ ਅਸੀਂ ਇਹਦੀ ਸਪੋਰਟ ਕਰਨੀ ਹੈ ਅਤੇ ਇਹਦੇ ਪੋਸਟਰ ਲਾਉਣੇ ਆ। ਮੈਂ ਕਿਹਾ ਫਿਰ ਇਹਦੇ ਵਿੱਚ ਕੋਈ ਬਾਹਲਾ ਇਹ ਗੱਲ ਨਹੀਂ ਦੇਖੀਦਾ ਹੁੰਦਾ ਵੀ ਕਿਹੜੀ ਫੋਟੋ ਕਿੱਥੇ ਲੱਗ ਰਹੀ ਹੈ, ਕਿਹੜੀ ਫੋਟੋ ਕਿੱਥੇ ਨਹੀਂ ਲੱਗ ਰਹੀ। ਜਸਪ੍ਰੀਤ ਜੀ, ਇਹ ਪੂਰੇ ਸਫ਼ਰ ਦੇ ਦੌਰਾਨ ਇਹ ਵੀ ਹੁੰਦਾ ਨਾ, ਕਈ ਵੇਲੇ ਆਪਣੇ ਜਿਹੜੇ ਹੁੰਦੇ ਆ, ਕਈ ਵੇਲੇ ਬੜੇ ਆਪਣੇ ਲੱਗਦੇ ਹੁੰਦੇ ਆ, ਜਿਨ੍ਹਾਂ 'ਤੇ ਸਾਨੂੰ ਇਤਬਾਰ ਹੁੰਦਾ ਵੀ ਇਹ ਬੰਦਾ ਸਾਡੇ ਨਾਲ ਖੜੂਗਾ, ਉਹੀ ਧੋਖਾ ਦੇ ਜਾਂਦਾ। ਇੱਦਾਂ ਦਾ ਮੁਕਾਮ ਵੀ ਹੈ ਕਿ ਇੱਦਾਂ ਦੇ ਲੋਕਾਂ ਦਾ ਵੀ ਵਾਹ ਵਾਸਤਾ ਪਿਆ ਹੋਵੇ? ਨਹੀਂ, ਜਦੋਂ ਨਾ ਤੁਸੀਂ ਗੁਰਬਾਣੀ ਨਾਲ ਜੁੜ ਕੇ ਚੱਲਦੇ ਹੋ, ਗੁਰੂ ਨਾਲ ਜੁੜ ਕੇ ਚੱਲਦੇ ਹੋ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨੇ ਆਈ। ਇਹ ਗੱਲ ਸੱਚੀ ਹੈ ਕਿ ਕੋਈ ਕਿਸੇ 'ਤੇ ਬਹੁਤਾ ਇਤਬਾਰ ਕਰੀਦਾ ਵੀ ਨਹੀਂ ਹੈ। ਸਿਆਸਤ ਦੇ ਵਿੱਚ ਮੇਰਾ ਅੱਜ ਵੀ ਸੁਭਾਅ ਹੈ ਕਿ ਮੈਂ ਗੁਰੂ ਤੋਂ ਬਿਨਾਂ ਕਿਸੇ 'ਤੇ ਵੀ ਕੋਈ ਜ਼ਿਆਦਾ ਬਾਹਲਾ ਆਸ ਨਹੀਂ ਰੱਖੀ ਦੀ, ਕਿ ਬਾਹਲੀ ਕਿਸੇ 'ਤੇ ਵੀ ਨਹੀਂ ਰੱਖੀ ਦੀ। ਇਹ ਜਾਣੀ ਸਿਰਫ ਅਤੇ ਸਿਰਫ ਟੇਕ ਕਹਿ ਦਈਏ ਨਾ ਵੀ ਜਦੋਂ ਉਹ ਗੁਰੂ 'ਤੇ ਟੇਕ ਹੈ ਅਤੇ ਫਿਰ ਕਿਸੇ ਟੇਕ ਦੀ ਲੋੜ ਵੀ ਨਹੀਂ ਰਹਿੰਦੀ। ਤੁਸੀਂ ਉਹ ਚੋਣ ਦਾ ਜ਼ਿਕਰ ਕਰ ਰਹੇ ਸੀ, ਫਿਰ ਆਮ ਆਦਮੀ ਪਾਰਟੀ ਵਾਲੇ ਪਾਸੇ ਕਿਸ ਤਰੀਕੇ ਨਾਲ ਸਬੱਬ ਬਣ ਗਿਆ? ਹਾਂ, ਮੈਨੂੰ ਚੋਣ ਦੇ ਵਿੱਚ 1,42,000 ਲੋਕਾਂ ਨੇ ਵੋਟਾਂ ਪਾਈਆਂ, ਅਤੇ ਉਸ ਤੋਂ ਬਾਅਦ ਮੈਨੂੰ ਸਭ ਤੋਂ ਵੱਧ ਜਿਹੜੀ ਵੋਟ ਸੀ ਉਹ ਪੈਲ ਹਲਕੇ 'ਚੋਂ ਪਈ ਸੀ। 26,000 ਵੋਟ ਮੈਨੂੰ ਪੈਲ ਹਲਕੇ 'ਚੋਂ। ਮੈਂ ਸਮਝਦਾ ਕਿ ਇੰਡੀਪੈਂਡੈਂਟ, ਕਿਉਂਕਿ ਪੈਲ ਦੇ ਵਿੱਚ ਕੋਈ ਲੋਕ ਆਪਾਂ ਕਹਿ ਦਈਏ ਵੀ ਲੋਕ ਇਨਸਾਫ ਪਾਰਟੀ ਦਾ ਕੋਈ ਆਧਾਰ ਨਹੀਂ ਸੀ, ਠੀਕ ਹੈ, ਕੋਈ ਨਹੀਂ ਸੀਗਾ, ਅਤੇ ਮੈਂ ਫਿਰ ਮਨ ਬਣਾਇਆ ਸੀ ਕਿ ਮੈਂ ਪੈਲ ਹਲਕੇ 'ਚੋਂ ਚੋਣ ਲੜੂੰਗਾ। ਮੈਂ ਬੈਂਸ ਸਾਹਿਬ ਨੂੰ ਵੀ ਕਿਹਾ ਸੀ ਵੀ ਮੈਂ ਇੱਥੋਂ ਇਲੈਕਸ਼ਨ ਲੜੂੰਗਾ। ਔਰ ਉਦੋਂ ਇੱਕ ਤੁਸੀਂ ਦੇਖਿਆ ਹੋਣਾ ਕਿ ਇਲੈਕਸ਼ਨ ਤੋਂ ਤੁਰੰਤ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਪਿਓ ਪੁੱਤ ਤੇ ਸੀਰੀ ਨੂੰ ਨੰਗਾ ਕਰਕੇ ਥਾਣੇ ਦੇ ਵਿੱਚ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਾਂਦੀ ਹੈ। ਮੇਰੇ ਕੋਲ ਵੀ ਆਉਂਦੀ ਹੈ। ਔਰ ਮੈਂ, ਕਿਉਂਕਿ ਮੈਨੂੰ ਆਪ ਉਸ ਤਰੀਕੇ ਨਾਲ CA ਸਟਾਫ ਲੁਧਿਆਣੇ 'ਚ ਨੰਗਾ ਕੀਤਾ ਗਿਆ ਸੀ, ਅਤੇ ਮੈਨੂੰ, ਕਿਉਂਕਿ ਮੈਂ ਉਹਨਾਂ ਤੋਂ ਤਾਂ ਹੁਣ ਬਦਲਾ ਲੈ ਨਹੀਂ ਸੀ ਸਕਦਾ, ਮੈਨੂੰ ਨਹੀਂ ਪਤਾ ਕੌਣ ਸੀ, ਕਿਉਂਕਿ ਮੇਰੀ ਕਿਹੜਾ ਵੀਡੀਓ ਬਣੀ, ਮੇਰੇ ਕੋਲ ਵੀਡੀਓ ਸੀ ਕੋਈ ਕਿਸੇ ਨੂੰ, ਮੇਰੇ ਕੋਲ ਹੁਣ ਉਹ ਵੀਡੀਓ ਆ ਗਈ ਸੀ, ਮੇਰੇ ਕੋਲ ਮਕਸਦ ਆ ਗਿਆ ਸੀ। ਅਤੇ ਫਿਰ ਮੈਂ ਉਸ SHO ਬਲਜਿੰਦਰ ਦੇ ਖਿਲਾਫ, ਮੇਰੀ ਕੋਈ ਬਲਜਿੰਦਰ ਨਾਲ ਦੁਸ਼ਮਣੀ ਨਹੀਂ ਸੀ, ਕੋਈ ਮੇਰਾ ਕਹਿ ਦਈਏ ਵੀ ਜੋਗੀ ਉਹਨਾਂ ਨਾਲ ਪਿਆਰ ਨਹੀਂ ਸੀ। ਮੈਂ ਉਹ ਲੜਾਈ ਪੂਰੇ ਨੰਗੇ ਧੜ ਡਟ ਕੇ ਲੜੀ। ਔਰ ਉਹ ਲੜਾਈ ਦੇ ਵਿੱਚ ਇੱਕ ਜਗ੍ਹਾ 'ਤੇ ਮੈਂ ਥੋੜ੍ਹੀ ਜਿਹੀ ਤੁਹਾਨੂੰ ਪੁਆਇੰਟ ਦੱਸਾਂ ਕਿ ਇੱਕ ਵਾਰੀ ਮੈਂ ਬਾਹਰ ਧਰਨੇ 'ਤੇ ਬੈਠਾ, ਉਦੋਂ ਲੋਕਡਾਊਨ ਸੀ, ਇਕੱਠੇ ਅਸੀਂ 3-4 ਕੁ ਬੰਦੇ ਹੀ ਹੁੰਦੇ ਸੀ, ਅਤੇ ਮੈਨੂੰ ਅੰਦਰ SSP ਸਾਹਿਬ ਨੇ ਬੁਲਾ ਲਿਆ ਖੰਨੇ,
ਤੇ ਬੁਲਾ ਲਿਆ ਵੀ ਆ ਜਾਓ ਆਪਾਂ ਗੱਲ ਕਰੀਏ। ਅਸੀਂ ਗੱਲ ਕਰਨ ਅੰਦਰ ਚਲੇ ਗਏ। ਗੱਲ ਕਰਨ ਅੰਦਰ ਗਿਆ ਤੇ ਮੈਂ ਦੇਖਿਆ, ਵੈਸੇ ਮੈਂ ਇਹਨੂੰ ਪਹਿਲਾਂ ਪਤਾ ਸੀਗਾ, ਤੇ ਸਾਡੇ ਐਸਐਸਪੀ ਸਾਹਿਬ ਦੇ ਇੱਥੇ 9 ਟੇਪ ਲੱਗੀ, ਹਰਜੀਤ ਸਿੰਘ, ਦੂਜੇ ਦੇ ਵੀ ਹਰਜੀਤ ਸਿੰਘ, 2 ਐਸਪੀ ਬੈਠੇ ਮੈਂ ਵੀ ਸੀਗੇ, ਹਰਜੀਤ ਸਿੰਘ ਆ ਉਹ, ਠੀਕ ਹੈ, ਉਹ ਸਾਰਿਆਂ ਦੇ ਐਸਐਸਪੀ ਹਰਜੀਤ ਸਿੰਘ ਦੀ ਲੱਗੀ ਟੇਪ। ਤੇ ਮੈਂ ਚਲੋ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਵੀ ਤੁਸੀਂ ਹਰਜੀਤ ਸਿੰਘ ਦੀ ਲਾਈ ਹੈ ਪਲੇਟ, ਤੇ ਉਹ ਕਹਿੰਦੇ ਅਸੀਂ ਅੱਜ ਟ੍ਰਿਬਿਊਟ ਕਰ ਰਹੇ ਹਾਂ ਹਰਜੀਤ ਸਿੰਘ ਨੂੰ। ਫਿਰ ਮੈਂ ਖੜਾ ਹੋਇਆ ਉਹਨਾਂ ਦੇ ਸਾਹਮਣੇ ਹੀ, ਮੈਂ ਆਪਣਾ ਕੁੜਤਾ ਲਾਤੀ, ਜੈਕਟ ਲਾਤੀ, ਆਪਣਾ ਕੁੜਤਾ ਲਾਤਾ, ਆਪਣਾ ਪਜਾਮਾ ਲਾਤਾ। ਕਹਿੰਦੇ ਤੂੰ ਕੀ ਕਰ ਰਿਹਾ? ਮੈਂ ਕਿਹਾ ਮੈਂ ਜੋਗੀ ਨੂੰ ਟ੍ਰਿਬਿਊਟ ਕਰ ਰਿਹਾ। ਤੇ ਉਹਨਾਂ ਨੂੰ ਭਾਜਣਾ ਪੈ ਗਈਆਂ। ਮੀਡੀਆ ਜਿਹੜਾ ਬਾਹਰ ਖੜਾ ਸੀ ਗੇਟ 'ਤੇ, ਉਹ ਭੱਜਿਆ ਅੰਦਰ ਆਇਆ। ਉਹ ਗੇਟ ਲਾਉਣ, ਮੀਡੀਆ ਨੂੰ ਵੀ ਅੰਦਰ ਨਾ ਆ ਜਾਵੇ, ਮੈਨੂੰ ਕਹਿਣ ਤੂੰ ਕੱਪੜੇ ਪਾ ਲਾ। ਮੈਂ ਕਿਹਾ ਨੋ, ਮੈਂ ਕਿਹਾ ਪੁਲਿਸ ਵਾਲਿਆਂ ਨੂੰ ਕੋਈ ਜ਼ਿਆਦਾ ਹੀ ਦੇਖਣ ਦੀ ਹੈਗੀ ਆ, ਮੈਂ ਸਾਰਿਆਂ ਨੂੰ ਹੀ ਦਿਖਾਈ ਦਿੰਦਾ ਵੀ ਤੁਸੀਂ ਜਿਹੜਾ ਕੁਝ ਦੇਖਣਾ ਚਾਹੁੰਦੇ ਹੋ। ਮੈਂ ਕਿਹਾ ਵੀ ਅੱਜ ਜਿਵੇਂ ਤੁਸੀਂ ਟ੍ਰਿਬਿਊਟ ਕਰ ਰਹੇ ਹੋ, ਮੈਂ ਵੀ ਜੋਗੀ ਨੂੰ ਟ੍ਰਿਬਿਊਟ ਕਰ ਰਿਹਾ। ਉਸ ਬੰਦੇ 'ਤੇ ਫਿਰ ਪਰਚਾ ਕਰਨਾ ਪਿਆ ਉਹਨਾਂ ਨੂੰ। ਔਰ ਇਹ ਜਿਹੜੀ ਲੜਾਈ ਸੀ, ਬੜੀ ਲੰਬੀ ਲੜਾਈ ਸੀ। ਔਰ ਤੁਸੀਂ ਇਹ ਦੇਖੋ ਕਿ ਮੈਂ ਕਦੇ ਵੀ ਜਿਸ ਪਾਰਟੀ 'ਚ ਸੀ, ਮੈਂ ਉਹਨੂੰ ਕਦੇ ਵੀ ਛੱਡ ਕੇ ਨਹੀਂ ਜਾਣਾ ਸੀ। ਭੈਣ ਸਾਹਿਬ ਅੱਛੇ ਬੰਦੇ ਆ, ਮੈਂ ਅੱਜ ਵੀ ਮੈਂ ਕਦੇ ਉਹਨਾਂ ਦੇ ਖਿਲਾਫ ਕਦੇ ਕੋਈ ਸ਼ਬਦ ਨਹੀਂ ਬੋਲਿਆ। ਪਰ ਤੁਸੀਂ ਦੇਖੋ ਕਿ ਫਿਰ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਮੈਂ ਇਹ ਸੋਚਿਆ ਸੀ ਕਿ ਮੈਂ ਪੈਲ ਹਲਕੇ 'ਚੋਂ ਇਲੈਕਸ਼ਨ ਲੜੂੰਗਾ, ਅਤੇ ਅਸੀਂ ਉਦੋਂ ਫਿਰ ਦਿੱਲੀ ਦਾ ਮੋਰਚਾ ਚੱਲ ਪਿਆ। ਮੋਰਚਾ ਚੱਲਿਆ ਹੋਇਆ ਸੀ ਅਤੇ ਮੈਂ ਲੰਗਰ ਲਾਇਆ ਹੋਇਆ ਸੀ ਅਸੀਂ ਦਰਾਹੇ ਲਗਾਤਾਰ ਸਾਡਾ, ਅਤੇ ਦਰਾਹੇ ਲੰਗਰ ਦੇ ਨਾਲ ਨਾਲ ਸਾਡੀ ਉਦੋਂ ਹੀ ਫਿਰ ਇਲੈਕਸ਼ਨ ਆ ਗਈ ਨਗਰ ਕੌਂਸਲ ਦੀ। ਨਗਰ ਕੌਂਸਲ ਸਾਡੇ ਦਰਾਹੇ ਅਤੇ ਪੈਲ ਦੀ ਨਗਰ ਕੌਂਸਲ ਦੀ ਇਲੈਕਸ਼ਨ ਆ ਗਈ। ਮੈਂ ਆਪਣੇ ਜਿਹੜੇ ਕੈਂਡੀਡੇਟ ਸੀ ਜਿਨ੍ਹਾਂ ਨੂੰ ਮੈਂ ਖੜ੍ਹਾ ਕਰਨਾ ਸੀ, ਉਹਨਾਂ ਨੂੰ ਥਾਪੀ ਦਿੱਤੀ ਭਾਈ ਤੁਸੀਂ ਇਲੈਕਸ਼ਨ ਲੜੋ, ਕਿਉਂਕਿ ਜੇ ਅਸੀਂ ਕਿਸੇ ਲਈ ਲੜਾਂਗੇ ਫਿਰ ਤਾਂਹੀਓ ਕੋਈ ਸਾਡੇ ਲਈ ਲੜੂਗਾ। ਕੱਲ੍ਹ ਨੂੰ ਸਾਡੇ ਵੀ ਬੈਗ ਚੱਕਣੇ ਆ ਲੋਕਾਂ ਨੇ। ਅਤੇ ਜਦੋਂ ਬੰਦਿਆਂ ਨੂੰ ਸਾਰਿਆਂ ਨੂੰ ਅਸੀਂ ਸਾਰੇ ਵਾਰਡਾਂ ਦੇ ਵਿੱਚ, ਉਹਨਾਂ ਦੇ ਵਾਰਡਾਂ 'ਚ ਜਾ ਕੇ ਉਹਨਾਂ ਨੂੰ ਥਾਪੀ ਦੇ ਕੇ ਅਸੀਂ ਉੱਥੇ ਮੀਟਿੰਗਾਂ ਕੀਤੀਆਂ। ਅਤੇ ਇਨ ਦਾ ਮੇਨ ਟਾਈਮ ਬੈਂਸ ਸਾਹਿਬ ਕਹਿੰਦੇ ਵੀ ਅਸੀਂ ਆਪਾਂ ਇਲੈਕਸ਼ਨ ਨਹੀਂ ਲੜਨੀ, ਇਲੈਕਸ਼ਨ ਦਾ ਆਪਾਂ ਬਾਈਕਾਟ ਕਰਨਾ। ਮੈਂ ਕਿਹਾ ਬੈਂਸ ਸਾਹਿਬ ਵੀ ਮੈਂ ਤਾਂ ਨਹੀਂ ਬਾਈਕਾਟ ਕਰਨਾ, ਕਿਉਂਕਿ ਜੇ ਅੱਜ ਮੈਂ ਬਾਈਕਾਟ ਕਰੂੰਗਾ, ਜਿਹੜੇ ਬੰਦਿਆਂ ਨੂੰ ਅੱਜ ਮੈਂ ਥਾਪੀ ਦੇ ਕੇ ਵਾਰਡਾਂ ਦੇ ਵਿੱਚ ਭੇਜਿਆ, ਕੱਲ੍ਹ ਨੂੰ ਤਾਂ ਉਹ ਕਦੇ ਕਿਸੇ ਇਲੈਕਸ਼ਨ ਲੜਨ ਜੋਗੇ ਹੀ ਨਹੀਂ। ਅਗਲੇ ਕਹਿੰਦੇ ਵੀ ਤੁਹਾਡਾ ਕੀ ਵਿਸ਼ਵਾਸ ਕਰੀਏ। ਅਤੇ ਅੱਜ ਜੇ ਉਹਨਾਂ ਨੂੰ ਅਸੀਂ ਨਹੀਂ ਲੜਾਉਂਦੇ, ਉਹਨਾਂ ਲਈ ਅਸੀਂ ਅੱਜ ਕੁੱਟ ਕਰਦੇ ਹਾਂ, ਅਤੇ ਕੱਲ੍ਹ ਨੂੰ ਸਾਡੇ ਬੈਗ ਕਿੱਥੋਂ ਚੱਕਣਗੇ। ਅਤੇ ਫਿਰ ਜੇ ਅਸੀਂ ਲੜਾਈ ਲੜਨੀ ਆ, ਜੇ ਅਸੀਂ ਪੋਲੀਟੀਕਲ ਸਿਸਟਮ ਦੀ ਲੜਾਈ ਲੜਨੀ ਹੈ, ਤਾਂ ਸਾਨੂੰ ਥੱਲੇ ਲੈਵਲ ਦਾ ਕੇਡਰ ਵੀ ਮਜ਼ਬੂਤ ਚਾਹੀਦਾ। ਜੇ ਥੱਲੇ ਲੈਵਲ ਦਾ ਕੇਡਰ ਹੋਊਗਾ ਤਾਂ ਹੀ ਉਹ ਸਾਡੇ ਲਈ ਕੱਲ੍ਹ ਨੂੰ ਲੜੂਗਾ। ਅਤੇ ਉਹ ਕਹਿੰਦੇ ਵੀ ਨਹੀਂ, ਆਪਾਂ ਜਿੰਨਾ ਚਿਰ ਅੰਦੋਲਨ ਚੱਲਦਾ ਅਸੀਂ ਇਲੈਕਸ਼ਨ ਨਹੀਂ ਲੜਨੀ। ਫਿਰ ਮੈਂ ਉਹਨਾਂ ਨੂੰ ਕੁਇਟ ਕਰਕੇ ਫਿਰ ਆਮ ਆਦਮੀ ਪਾਰਟੀ ਦੇ ਨਾਲ ਹੋ ਕੇ। ਗਿਆਸਪੁਰਾ ਜੀ, ਇਸ ਪੂਰੇ ਸਫ਼ਰ ਦੇ ਦੌਰਾਨ ਬੜੇ ਪਰਚਿਆਂ ਦਾ ਜ਼ਿਕਰ ਰਿਹਾ, ਇਲਜ਼ਾਮ ਤਰਾਸ਼ੀਆਂ ਦਾ ਵੀ ਜ਼ਿਕਰ ਰਿਹਾ। ਕੁਝ ਇੱਕ ਮਹਿਲਾ ਆਈ ਸੀ, ਉਹਨੇ ਵੀ ਤੁਹਾਡੇ 'ਤੇ ਇਲਜ਼ਾਮ ਤਰਾਸ਼ੀਆਂ ਬੜੀਆਂ ਕੀਤੀਆਂ ਸੀ ਕਿ ਪੈਸੇ ਮੰਗ ਰਹੇ ਆ, ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀ ਵੀ। ਹਾਂ, MLA ਬਣਨ ਤੋਂ ਬਾਅਦ ਹੀ ਮੈਂ ਦੱਸਦਾ ਤੁਹਾਨੂੰ। ਦੇਖੋ, ਮੇਰਾ ਜਿਹੜਾ ਦਫ਼ਤਰ ਹੈ ਪੈਲ ਦੇ ਵਿੱਚ, ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਦਫ਼ਤਰ ਦੇ ਵਿੱਚ ਭਾਈ ਘਨੱਈਆ ਜੀ ਵਾਲੀ ਸੋਚ ਆ, ਥਿਊਰੀ ਹੈ, ਉਹਨੂੰ ਮਿਲ ਕੇ ਚੱਲਦੇ ਆ। ਜਿਸ ਤਰੀਕੇ ਦੇ ਨਾਲ ਭਾਈ ਘਨੱਈਆ ਜੀ ਇਹ ਨਹੀਂ ਸੀ ਦੇਖਦੇ ਕਿ ਇਹ ਮੁਸਲਮਾਨ ਹੈ ਜਾਂ ਇਹ ਸਿੱਖ ਹੈ ਜਾਂ ਇਹ ਕਿਸੇ ਹੋਰ ਉਹਨੂੰ ਪਾਣੀ ਪਿਲਾਉਂਦੇ ਸੀ, ਅਤੇ ਗੁਰੂ ਜੀ ਨੇ ਉਹਨੂੰ ਜੱਫੀ 'ਚ ਪਾ ਕੇ ਉਹਨੂੰ ਨਾਲ ਮੱਲਮ ਪੱਟੀ ਦੀ ਵੀ ਆਗਿਆ ਦਿੱਤੀ ਸੀ। ਮੈਂ ਵੀ ਆਪਣੇ ਦਫ਼ਤਰ ਜਦੋਂ ਬੈਠਦਾ, ਮੈਂ ਨਹੀਂ ਦੇਖਦਾ ਵੀ ਇਹ ਅਕਾਲੀ ਹੈ, ਇਹ ਕਾਂਗਰਸੀ ਹੈ, ਇਹ ਕੌਣ ਹੈ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜੱਦੀ ਸਰਕਾਰ ਸਾਡੀ ਬਣੀ ਆ, ਮੈਂ ਕਿਸੇ ਇੱਕ ਵੀ ਬੰਦੇ 'ਤੇ ਪਰਚਾ ਨਹੀਂ ਕਰਾਇਆ। ਔਰ ਦੂਜੀ ਗੱਲ, ਮੇਰੇ ਕੋਲ ਕੋਈ ਵੀ ਬੰਦਾ ਕਿਸੇ ਦੀ ਵੀ ਕੰਪਲੇਂਟ ਲੈ ਕੇ ਆਉਂਦਾ, ਕਿਸੇ ਦੀ ਵੀ ਕੰਪਲੇਂਟ ਲੈ ਕੇ ਆਉਂਦਾ, ਤੁਹਾਡੀ ਕੰਪਲੇਂਟ ਲੈ ਕੇ ਆਉਂਦਾ, ਤਾਂ ਮੈਂ ਕਦੇ ਵੀ ਤੁਹਾਡੀ ਕੰਪਲੇਂਟ ਨੂੰ ਪੜ੍ਹ ਕੇ ਡਾਇਰੈਕਟ ਪੁਲਿਸ ਨੂੰ ਫੋਨ ਨਹੀਂ ਕਰਦਾ। ਮੇਰਾ ਕੀ ਹੈ ਕਿ ਪਹਿਲਾਂ ਉਹ ਬੰਦੇ ਨਾਲ ਗੱਲ ਕਰੀਏ, ਉਹਨੂੰ ਬੁਲਾਈਏ, ਉਹਦੀ ਗੱਲ ਸੁਣੀਏ, ਦੋਨਾਂ ਪਾਰਟੀਆਂ ਦੀ ਗੱਲ ਸੁਣ ਕੇ ਫਿਰ ਅਸੀਂ ਕੋਈ ਫੈਸਲਾ ਲੈਂਦੇ ਹਾਂ। ਇਸ ਬੀਬੀ ਦੀ ਮੇਰੇ ਕੋਲ 7 ਕੰਪਲੇਂਟਾਂ ਆਈਆਂ। ਮੈਂ ਕੰਪਲੇਂਟਾਂ 'ਤੇ ਫਿਰ ਇਹਨਾਂ ਨੂੰ ਇੱਕ ਵਾਰੀ ਸਾਡੇ ਦਫ਼ਤਰ ਦੇ ਵਿੱਚੋਂ ਫੋਨ ਗਿਆ, ਅਤੇ ਇਹਨੂੰ ਇਸ ਗੱਲ ਦੀ ਤਕਲੀਫ ਹੋਈ ਵੀ ਸਾਨੂੰ ਫੋਨ ਕਿਉਂ ਕੀਤਾ। ਅਤੇ ਉਹਦੇ ਲਈ ਜੋ ਮਰਜ਼ੀ ਇਲਜ਼ਾਮ ਲਾਈ ਜਾਏ। ਦੇਖੋ, ਸੱਚੇ ਬੰਦੇ ਨੂੰ ਕੋਈ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ। ਇੱਦਾਂ ਦੇ ਜੇ ਅਸੀਂ ਇੱਦਾਂ ਹੀ ਪੈਸਿਆਂ ਪਿੱਛੇ ਹੁੰਦੇ, ਬਥੇਰੇ ਪੈਸੇ ਸਾਨੂੰ ਮਿਲੇ ਆ ਮੌਕੇ ਪੈਸੇ ਕਮਾਉਣ ਦੇ। 2011 ਤੋਂ ਬਥੇਰੇ ਬੜੀਆਂ ਆਫਰਾਂ ਬਾਹਰੋਂ ਵੀ ਆਉਂਦੀਆਂ ਵੀ ਭਾਈ ਤੂੰ ਸਾਡੀ ਵਿਚਾਰਧਾਰਾ ਨਾਲ ਜੁੜ, ਕੋਈ ਕਹਿੰਦਾ ਸੀ ਤੂੰ ਸਾਡੀ ਵਿਚਾਰਧਾਰਾ ਨਾਲ ਜੁੜ, ਕੋਈ ਕੁਛ ਕਹਿੰਦਾ ਸੀ, ਕੋਈ ਕੁਛ ਕਹਿੰਦਾ ਸੀ, ਬੜੀਆਂ ਕੁਛ ਸੀ। ਸਿੱਖ ਫॉर ਜਸਟਿਸ ਵਾਲੇ ਵੀ ਪਿੱਛੇ ਲੱਗੇ ਹੋਏ ਸੀ। ਅਤੇ ਜੇ ਅਸੀਂ ਉਹ ਕੁਛ ਕਰਨਾ ਹੁੰਦਾ, ਜੇ ਕੋਈ ਅਸੀਂ ਪੈਸੇ ਵਾਲੇ ਪਿੱਛੇ ਹੀ ਹੁੰਦੇ, ਅਤੇ ਫਿਰ ਅਸੀਂ
ਇਸ ਮੁਕਾਮ ਤੇ ਨਹੀਂ ਪਹੁੰਚਦੇ। ਗੁਰੂ ਸਾਹਿਬ ਨੇ ਹਮੇਸ਼ਾ ਸਾਡੀ ਰੱਖਿਆ ਕੀਤੀ ਹੈ। ਇਹਦੇ ਵਿੱਚ ਵੀ ਇਸ ਲੇਡੀ ਦੇ ਉੱਤੇ 2-3 ਪਰਚੇ ਨੇ ਤੇ ਇਦਾਂ ਦੀ ਅਸੀਂ ਕਦੇ ਪਰਵਾਹ ਨਹੀਂ ਕੀਤੀ ਦੀ। ਸੱਚੀ ਗੱਲ ਇਹ ਆ ਵੀ ਕਦੇ ਪਰਵਾਹ ਨਹੀਂ ਕੀਤੀ ਦੀ। ਔਰ ਇਹ ਜਿਹੜੇ ਇਦਾਂ ਦੇ ਲੋਕ ਨੇ, ਜਿਹੜੇ ਠੱਗ ਕਿਸਮ ਦੇ ਲੋਕ ਨੇ, ਜਿਹੜੇ ਲੋਕਾਂ ਦੀ ਗਾੜੀ ਕਮਾਈ ਨੂੰ, ਖੂਨ ਪਸੀਨੇ ਦੀ ਕਮਾਈ ਨੂੰ ਜਿਹੜੇ ਲੋਕ ਲੁੱਟਦੇ ਨੇ, ਮੈਂ ਉਹਨਾਂ ਦਾ ਧੰਦਾ ਪੈਲ 'ਚ ਨਹੀਂ ਚੱਲਣਾ। ਆਮ ਆਦਮੀ ਪਾਰਟੀ 'ਚ ਆਣ ਕੇ ਕਿ ਜਿੱਦਾਂ ਤੁਸੀਂ ਪੰਥ-ਪ੍ਰਸਤ ਸਿਆਸਤ ਦੀ ਗੱਲ ਕਰ ਰਹੇ ਸੀਗੇ ਕਿ ਸਿੱਖਾਂ ਦੇ ਇਸ਼ੂ ਐਡਰੈਸ ਹੋਣੇ ਚਾਹੀਦੇ ਆ, ਉਹ ਕਰ ਪਾ ਰਹੇ ਹੋ? ਉੱਦਾਂ ਦੀ ਆਜ਼ਾਦੀ ਹੈਗੀ ਹੈ ਕਿ ਸਿੱਖਾਂ ਦੇ ਮਸਲੇ ਵੀ ਐਡਰੈਸ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ? ਦੇਖੋ, ਬਹੁਤ ਬੰਦਿਸ਼ਾਂ ਨੇ ਕਿਤੇ ਨਾ ਕਿਤੇ। ਜੋ ਸਾਡੇ ਦਿਲ ਦੇ ਐਕਸਪ੍ਰੈਸ਼ਨ ਨੇ, ਉਹ ਅਸੀਂ ਖੁੱਲ੍ਹ ਕੇ ਪਲੇਟਫਾਰਮ 'ਤੇ ਨਹੀਂ ਚੁੱਕ ਸਕਦੇ, ਕਿਉਂਕਿ ਪਤਾ ਨਹੀਂ ਅੰਦਰ ਹੀ ਕਿੱਦਾਂ ਦਾ ਇੱਕ ਡਰ ਹੈ। ਮੈਂ ਇਹ ਬਿਲਕੁਲ ਕਲੀਅਰ ਗੱਲ ਕਹਿ ਰਿਹਾ ਵੀ ਮੇਰੀ ਕੋਈ ਲਾਲਸਾ ਨਹੀਂ ਮੰਤਰੀ ਬਣਨ ਦੀ, ਮੇਰੀ ਕੋਈ ਲਾਲਸਾ ਨਹੀਂ ਅਗਲੀ ਵਾਰ ਲੜਨ ਦੀ ਜਾਂ ਅਗਲੀ ਵਾਰ ਕੁਛ ਇਹ ਕਰਨ ਦੀ, ਮੇਰੀ ਕੋਈ ਲਾਲਸਾ ਨਹੀਂ ਹੈ। ਮੇਰੀ ਲਾਲਸਾ ਸਿਰਫ ਤੇ ਸਿਰਫ ਇੱਕੋ ਹੀ ਹੈ ਕਿ ਆਪਣੇ ਲੋਕਾਂ ਦੇ ਨਾਲ ਖੜਨ ਦੀ, ਲੋਕਾਂ ਦੀ ਮੈਂ ਲੜਦਾ ਰਹਿਣਾ, ਚਾਹੇ ਮੈਂ ਕੁਛ ਬਣਾ ਚਾਹੇ ਨਾ ਬਣਾ, ਮੈਂ ਆਪਣੇ ਲੋਕਾਂ ਲਈ ਲੜਦਾ ਰਹਿਣਾ ਔਰ ਲੋਕਾਂ ਦੀ ਆਵਾਜ਼ ਚੁੱਕਦੇ ਰਹਿਣਾ। ਔਰ ਇੱਕ ਪਾਰਟੀ ਦਾ ਬਹੁਤ ਵੱਡਾ ਪਲੇਟਫਾਰਮ ਹੁੰਦਾ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਦੀ ਸਰਕਾਰ ਕੁਛ ਕੰਮ ਬਹੁਤ ਅੱਛੇ ਕਰ ਰਹੀ ਹੈ, ਲੋਕਾਂ ਨੂੰ ਸੁਵਿਧਾਵਾਂ ਅੱਛੀਆਂ ਦੇ ਰਹੀ ਹੈ। ਪਰ ਮੈਂ ਇਹ ਗੱਲ ਵੀ ਕਹਿਣ ਦੇ ਵਿੱਚ ਮੈਨੂੰ ਜ਼ਰਾ ਵੀ ਹਿਚਕਚਾਹਟ ਨਹੀਂ ਕਿ ਸਿੱਖ ਸੈਂਟੀਮੈਂਟ ਨੂੰ ਸਮਝਣ ਦੀ ਕਿਤੇ ਨਾ ਕਿਤੇ ਲੋੜ ਹੈਗੀ ਹੈ। ਕਿਤੇ ਨਾ ਕਿਤੇ ਉਹਦੇ ਵਿੱਚ ਅਸੀਂ ਮਾਰ ਖਾ ਰਹੇ ਹਾਂ। ਸਿੱਖ ਸੈਂਟੀਮੈਂਟ ਨਹੀਂ ਸਮਝ ਰਹੇ। ਕੀ ਸਿੱਖ ਸੈਂਟੀਮੈਂਟ ਨੇ? ਇਹ ਇੱਕ ਬੜਾ ਵਿਸ਼ਾ ਵਾ। ਸਰਕਾਰ ਨੂੰ ਇਸ ਗੱਲ ਦੇ ਵੱਲ ਬਹੁਤ ਗੰਭੀਰਤਾ ਦੇ ਨਾਲ ਸੋਚਣ ਦਾ ਵਿਸ਼ਾ, ਸੋਚਣਾ ਚਾਹੀਦਾ, ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਹੈ। ਗੁਰੂ ਦੀ ਗੱਲ ਤੋਂ ਬਿਨਾਂ ਤੁਸੀਂ ਪੰਜਾਬ ਦੇ ਵਿੱਚ ਨਹੀਂ ਕ੍ਰਾਂਤੀ ਲਿਆ ਸਕਦੇ, ਪੰਜਾਬ ਨਹੀਂ ਜੀ ਸਕਦਾ। ਗੁਰੂ ਦੀ ਗੱਲ ਇੱਥੇ ਕਰਨੀ ਪਊਗੀ। ਗਿਆਸਪੁਰਾ ਜੀ, ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਤੇ ਤਮਾਮ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਕਿ ਕਾਫੀ ਵਕਫੇ ਬਾਅਦ ਹੋਈਆਂ ਨੇ, ਤਾਂ ਲੋਕਾਂ ਨੂੰ ਵੀ ਪਤਾ ਲੱਗਿਆ ਹੋਊਗਾ ਕਿ ਕਿਹੜੇ ਸਫ਼ਰ ਦੇ ਵਿੱਚੋਂ ਲੰਘ ਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ। ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ। ਥੈਂਕ ਯੂ। ਤੁਸੀਂ ਇੱਥੇ ਆਏ ਸਾਡੇ ਵਿਹੜੇ, ਬੜਾ ਧੰਨਵਾਦ। ਤੁਸੀਂ ਇੱਕ ਨਿਮਾਣੇ ਜਿਹੇ ਦੀ ਜਿਹੜੀ ਲਾਈਫ ਹਿਸਟਰੀ ਆ, ਜਿਹੜਾ ਬੈਕ ਆ, ਜਿਹੜਾ ਪਾਸਟ ਆ, ਜਿਹੜਾ ਸ਼ਾਇਦ ਲੋਕਾਂ ਦੇ ਸਾਹਮਣੇ ਨਾ ਆਉਂਦਾ, ਤੁਸੀਂ ਉਹਨੂੰ ਬੜੇ ਕੁਰੇਦ ਕੇ ਲੈ ਕੇ ਆਏ ਹੋ। ਬਹੁਤ ਅੱਛੇ ਤੁਸੀਂ ਐਂਕਰ ਹੋ। ਮੈਂ ਧੰਨਵਾਦ ਕਰਦਾ ਤੁਸੀਂ। ਸੋ ਇਹ ਸਨ ਮਨਵਿੰਦਰ ਸਿੰਘ ਗਿਆਸਪੁਰਾ, ਤੇ ਅੱਜ ਗੱਲਬਾਤ ਕਰਕੇ ਇਹਨਾਂ ਦੇ ਸਫ਼ਰ ਜ਼ਿੰਦਗੀ ਦਾ ਉਹ ਵੇਰਵਾ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚੋਂ ਦੀ ਇਹ ਲੰਘਦੇ ਹੋਏ ਇੱਥੇ ਤੱਕ ਪਹੁੰਚੇ। ਬਹੁਤ ਸਾਰੀਆਂ ਚੀਜ਼ਾਂ ਸੀਗੀਆਂ, ਬਹੁਤ ਸਾਰੀਆਂ ਔਕੜਾਂ ਸੀਗੀਆਂ, ਬਹੁਤ ਸਾਰੀਆਂ ਧਮਕੀਆਂ ਵੀ ਆਉਂਦੀਆਂ ਰਹੀਆਂ, ਪਰ ਇੱਕ ਲੜਾਈ ਜਿਹੜਾ ਸਿੱਧਕ ਦੇ ਨਾਲ ਉਹ ਲੜਦੇ ਰਹੇ, ਉਹਦੇ ਕਰਕੇ ਹੀ ਅੱਜ ਇਸ ਮੁਕਾਮ 'ਤੇ ਪਹੁੰਚੇ ਨੇ। ਆਪਣੇ ਪਰਿਵਾਰ ਦਾ ਵੀ ਧੰਨਵਾਦ ਕਰਦੇ ਨੇ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਨਾਲ ਜ਼ਰੂਰ ਸਾਂਝੇ ਕਰਿਓ। ਇਹ ਤੁਹਾਡੇ ਤੋਂ ਆਗਿਆ ਲੈਣੀ ਹੈ। ਬਹੁਤ ਬਹੁਤ ਧੰਨਵਾਦ।